ਜਿਸੋ ਤੁਰ ਭਾਗ ਹੋਵੈ ਮੁਖ ਮਸਤਕ, ਤਿਨ ਜਨ ਲੈ ਹਿਰਦੈ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ, ਗੁਰ ਬਚਨੀ ਸਹਜ ਚਾਖੀ। ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉ ਸੂਰਜ ਰੈਣ ਕੇ ਰਾਖੀ। ਅਦਿਸ਼ਟ ਅਗੋਚਰ ਅਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਸਾਜਦੋ ਮਸਜੂਦ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੋ ਜੂਦ ਗੁਰੂ ਗੋਬਿੰਦ ਸਿੰਘ। ਸਰਵਰਾਰਾ ਤਾਜ ਗੁਰੂ ਗੋਬਿੰਦ ਸਿੰਘ, ਬਰਤਰੀ ਮਿਆਰਾਜ ਗੁਰੂ ਗੋਬਿੰਦ ਸਿੰਘ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਹਜ਼ੂਰੀ ਵਿੱਚ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੇ ਪ੍ਰੇਮ ਸਹਿਤ ਗੁਰੂ ਕੇ ਗ੍ਰੰਥੀ ਸਿੰਘਾਂ ਪਾਸੋਂ, ਵਜ਼ੀਰ ਸਾਹਿਬਾਨਾਂ ਪਾਸੋਂ ਆਪ ਇੱਥੇ ਬਾਣੀ ਸਰਵਣ ਕਰਦੇ ਹੋ, ਸ਼੍ਰੀ ਮੁਖਵਾਕ ਸਰਵਣ ਕਰਦੇ ਹੋ। ਆਓ ਖਾਲਸਾ ਪੰਥ ਦੇ ਨਿਤਨੇਮ ਜਪਜੀ ਸਾਹਿਬ, ਜਾਪ ਸਾਹਿਬ, ਤੋਇ ਪ੍ਰਸਾਦ ਸੋਈਏ, ਚੌਪਈ ਸਾਹਿਬ, ਆਨੰਦ ਸਾਹਿਬ, ਇਹਨਾਂ ਬਾਣੀਆਂ ਦੇ ਵਿੱਚੋਂ ਜੋ ਕਲਗੀਧਰ ਪਾਤਸ਼ਾਹ ਦੀ ਪਾਕ ਬਾਣੀ ਤੋਇ ਪ੍ਰਸਾਦ ਸੋਈਏ ਨੇ, ਜਿਸ ਦੀ ਕਥਾ ਵਿਚਾਰ ਚੱਲ ਰਹੀ ਹੈ, ਉਸ ਅਗੰਮੀ ਵਿਚਾਰ ਨਾਲ ਜੁੜ ਕੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਧ ਸਿਪਾਹਾ ਦੁਰੰਤ ਦੁਬਾਹਾ, ਸੋ ਸਾਜ ਸਨਾਹਾ ਦੁਰਜਾਨ ਦਲੈਂਗੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋ ਅਗੰਮੀ ਬਾਣੀ ਗਲੂਏ ਮੁਬਾਰਕ ਤੋਂ ਪ੍ਰਗਟ ਕਰ ਰਹੇ ਨੇ, ਗੁਰਬਾਣੀ ਦੀ ਕਥਾ ਵਿਚਾਰ ਬਾਬਤ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ। ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖ ਦਾਈ। ਗੁਰਬਾਣੀ ਗਾਉਣ ਵਾਲੇ, ਹਿਰਦੇ 'ਚ ਟਿਕਾਉਣ ਵਾਲੇ, ਉਹਨਾਂ ਦਾ ਜੀਵਨ ਸਫਲਾ ਹੈ ਔਰ ਸਦੀਵੀ ਸੁਖ ਮਾਣਦੇ ਨੇ, ਆਨੰਦ ਦੀ ਅਵਸਥਾ ਉਹ ਮਾਣਦੇ ਨੇ। ਗੁਰਬਾਣੀ ਕਹਿੰਦੇ ਜਦੋਂ ਵੀ ਗਾਓਗੇ ਉਹਦਾ ਗਾਉਣਾ ਸਫਲਾ ਹੀ ਹੈ। ਸੋ ਮਹਾਰਾਜ
ਦੇ ਪਾਕ ਜਿਹੜੇ ਬੋਲ ਨੇ ਜਦੋਂ ਅਸੀਂ ਗਾਉਂਦੇ ਹਾਂ, ਕਈ ਵਾਰ ਗੁਰਮੁਖ ਪਿਆਰੇ ਕਹਿ ਦਿੰਦੇ ਜੀ ਮਨ ਨਹੀਂ ਲੱਗਦਾ। ਕਹਿੰਦੇ ਮਨ ਟਿਕਦਾ ਹੈ ਜਾਂ ਨਹੀਂ ਟਿਕਦਾ, ਉਹ ਸਫਲ ਸਦਾ ਸੁਖ ਦਾਈ। ਗੁਰਬਾਣੀ ਗਾਵਹੁ ਭਾਈ, ਬਾਣੀ ਪੜ੍ਹੀ ਸਫਲੀ ਹੈ ਫਲ ਦਵੇਗੀ। ਮਨ ਨਹੀਂ ਟਿਕਦਾ, ਇਸੇ ਕਰਕੇ ਤੇ ਗਾ ਰਹੇ ਹਾਂ ਟਿਕ ਜਾਵੇ, ਤੇ ਬਾਣੀ ਨਹੀਂ ਟਿਕਾਉਣਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਜੇ ਮਨ ਹੀ ਟਿਕ ਗਿਆ ਫਿਰ ਤੇ ਬ੍ਰਹਮ ਦੀ ਅਵਸਥਾ 'ਚ ਪਹੁੰਚ ਗਏ, ਫਿਰ ਤੇ ਕੋਈ ਜ਼ਰੂਰਤ ਹੀ ਨਾ ਰਹੀ ਕਿਸੇ ਨੂੰ। ਰੱਬ ਵਿੱਚ ਭੇਦ ਹੋ ਗਿਆ ਉੱਤੇ। ਮਨ ਟਿਕ ਜਾਵੇ, ਇਸੇ ਕਰਕੇ ਬਾਣੀ ਪੜ੍ਹਦੇ ਹਾਂ। ਮਨ ਹਾਥੀ ਹੈ, ਬਾਣੀ ਕੁੰਡਾ ਹੈ। ਇਹਦੇ ਅਧੀਨ ਹੀ ਮਨ ਚੱਲੇਗਾ, ਫਿਰ ਹੀ ਜੀਵਨ ਸਫਲਾ ਹੈ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਰਕੀ ਬਾਣੀ ਰਾਹੀਂ ਹੁਕਮ ਕਰਦੇ ਨੇ। ਇਹ ਵੈਰਾਗਮਈ ਉਪਦੇਸ਼ ਹੈ, ਔਰ ਰਾਜਸੀ ਤਾਕਤਾਂ ਮੰਨਣ ਵਾਲੇ ਅਮੀਰਜ਼ਾਦੇ ਲੋਕ ਜਿਹੜੇ ਦੌਲਤਾਂ ਸ਼ੋਹਰਤਾਂ ਵਿੱਚ ਰੱਬ ਨੂੰ ਭੁੱਲ ਜਾਂਦੇ ਨੇ, ਰੱਬ ਦੀਆਂ ਦਿੱਤੀਆਂ ਦਾਤਾਂ ਪਾ ਕੇ। ਉਸ ਲੋਕਾਈ ਲਈ ਉਪਦੇਸ਼ ਹੈ ਵੀ ਇਹ ਸਭ ਉਸ ਪਰਮਾਤਮਾ ਦਾ ਦਿੱਤਾ ਹੈ। ਜਿਸ ਦਿਨ ਉਹਨੇ ਸਵਾਸ ਖਿੱਚ ਲਏ, ਨਿਧਾਨ ਨੂੰ, ਅੰਤ ਨੂੰ, ਇਹ ਸਭ ਕੁਝ ਇੱਥੇ ਹੀ ਛੱਡਣਾ ਪੈਣਾ। ਓਨੇ ਦਿਨ ਹੀ ਭੋਗੋਗੇ ਜਿੰਨੇ ਦਿਨ ਉਸਨੇ ਲਿਖਿਆ ਹੈ। ਸੋ ਉਸ ਨੂੰ ਚੇਤੇ ਰੱਖੋ। ਮਹਾਰਾਜ ਕਹਿੰਦੇ ਨੇ, ਸੁਧ ਸਿਪਾਹਾ ਦੁਰੰਤ ਦੁਬਾਹਾ, ਸੋ ਸਾਜ ਸਨਾ ਦੁਰ ਜਾਨ ਦਲੇਂਗੇ। ਸੁਧ ਦਾ ਭਾਵ ਹੈ ਜਿਹੜੇ ਨਿਰੋਲ ਨੇ, ਹੋਸ਼ ਵਿੱਚ ਨੇ, ਬੁੱਧ ਵਿੱਚ ਨੇ, ਬੜੇ ਸਿਆਣਪ ਵਿੱਚ ਨੇ। ਸਿਪਾਹਾ ਫਾਰਸੀ ਦਾ ਇੱਕ ਲਫ਼ਜ਼ ਹੈ, ਸਿਪਹ। ਪਰਸ਼ੀਅਨ ਵਿੱਚ ਇਹ ਲਫ਼ਜ਼ ਵਰਤਿਆ ਗਿਆ ਫੌਜ ਲਈ। ਕਹਿੰਦੇ ਸੁਧ ਸਿਪਾਹਾ ਉਹ ਸੂਰਬੀਰ ਜਿਨ੍ਹਾਂ ਨੂੰ ਕੇਵਲ ਜੰਗਜੂ ਵਿੱਦਿਆ ਹੀ ਸਿਖਾਈ ਗਈ ਹੈ, ਜਿਹੜੇ ਨਿਰੋਲ ਸੁਧ ਸਿਪਾਹੀ ਨੇ, ਹੋਰ ਕੋਈ ਕਰਮ ਨਹੀਂ ਕਰਦੇ, ਸੂਰਬੀਰ ਨੇ, ਉਹ ਜੰਗ ਲੜਦੇ ਨੇ। ਦੁਰੰਤ ਦੁਬਾਹਾ, ਦੁਰੰਤ ਕਹਿੰਦੇ ਨੇ ਬੜਾ ਕਠਨ, ਬੜਾ ਔਖਾ, ਜਿਹਨੂੰ ਦਬਾਇਆ ਨਾ ਜਾ ਸਕੇ, ਜਿਹਦਾ ਅੰਤ ਨਾ ਪਾਇਆ ਜਾ ਸਕੇ। ਅੱਗੇ ਕਹਿੰਦੇ ਨੇ ਮਹਾਰਾਜ, ਸੋ ਸਾਜ ਸਨਾਹਾ। ਸਾਜ ਦਾ ਮਤਲਬ ਪਹਿਨਣਾ ਹੈ, ਤੇ ਸਨਾਹ ਦਾ ਮਤਲਬ ਜਿਹੜਾ ਜੰਗ ਵਿੱਚ ਕਵਚ ਪਹਿਨਦੇ ਨੇ ਸੂਰਮੇ, ਉਹ ਲੋਹੇ ਦੀਆਂ ਸੰਗਲੀਆਂ ਨਾਲ ਵੀ ਬਣਿਆ ਹੁੰਦਾ ਹੈ। ਅੱਜ ਕੱਲ੍ਹ ਤੁਸੀਂ ਇਉਂ ਸਮਝ ਲਓ ਜਿਵੇਂ ਬੁਲਟ ਪ੍ਰੂਫ ਜੈਕਟ ਪਾਈ ਹੋਵੇ ਕਿਸੇ ਨੇ, ਸਨਾਹ ਪਹਿਨਿਆ ਹੈ। ਤਲਵਾਰ ਦਾ, ਤੀਰ ਦਾ ਘਾਉ ਉਸ ਨੂੰ ਪਾਰ ਨਾ ਕਰੇ, ਐਸੀ ਪੋਸ਼ਾਕ ਪਹਿਨਦੇ ਸਨ ਸੂਰਮੇ। ਦੁਰਜਾਨ, ਦੁਰਜਨ ਕਹਿੰਦੇ ਨੇ ਖੋਟੇ ਆਦਮੀ ਨੂੰ, ਦੁਸ਼ਟ ਆਦਮੀ ਨੂੰ, ਬਗਾਵਤ ਕਰਨ ਵਾਲੇ ਨੂੰ। ਦਲੇਂਗੇ, ਦਲੇ ਦਾ ਭਾਵ ਹੈ ਮਲ ਕੇ ਸੁੱਟ ਦੇਣਾ, ਖੁਰਾ ਖੋਜ ਮਿਟਾ ਦੇਣਾ, ਦਲਨ ਕਰਨ ਦੀ ਕਿਰਿਆ। ਮਹਾਰਾਜ ਕਹਿੰਦੇ ਏਡੇ ਏਡੇ ਰਾਜੇ, ਏਡੇ ਏਡੇ ਭੂਪ, ਏਡੇ ਏਡੇ ਸੂਰਬੀਰ ਹੋਏ ਨੇ, ਜਿਨ੍ਹਾਂ ਦੇ ਕੋਲ ਨਿਰੋਲ ਸੱਜੀ ਧੱਜੀ ਫੌਜ ਹੁੰਦੀ ਸੀ, ਜਿਸ ਫੌਜ ਨੂੰ ਦਬਾਉਣਾ ਬੜਾ ਕਠਿਨ ਸੀ, ਹਰਾਉਣਾ ਬੜਾ ਕਠਿਨ ਸੀ। ਔਰ ਉਹਨਾਂ ਦੇ ਵਿੱਚ, ਉਸ ਫੌਜ ਵਿੱਚ, ਉਹਨਾਂ ਸੂਰਬੀਰਾਂ ਦੇ ਵਿੱਚ ਐਸਾ ਮਾਣ ਸੀ, ਐਸਾ ਗੁਮਾਨ ਸੀ, ਉਹ ਕਹਿੰਦੇ ਸੀ ਸੋ ਸਾਜ ਸਨਾ ਦੁਰਜਾਨ ਦਲੇਂਗੇ। ਸੰਜੋ ਧਾਰ ਕੇ, ਪੁਸ਼ਾਕੇ ਧਾਰ ਕੇ
ਮੈਦਾਨੇ ਜੰਗ ਵਿੱਚ ਉਤਰ ਕੇ ਦਾਵਾ ਕਰਦੇ ਸਨ ਵੀ ਜਿਹੜਾ ਵੀ ਦੁਰਜਨ ਅੱਗੇ ਆ ਗਿਆ ਮਲ ਕੇ ਸੁੱਟ ਦੇਵਾਂਗੇ, ਉਹਦਾ ਖੁਰਾ ਖੋਜ ਮਿਟਾ ਦੇਵਾਂਗੇ। ਲੱਖਾਂ ਸਿਪਾਹੀ ਐਸੇ ਐਸੇ ਬਾਹੂਬਲੀ ਸਨ। ਜੰਜ ਨਹੀਂ ਸੀ ਇਕੱਠੀ ਕੀਤੀ ਕੋਈ ਮੇਲਾ ਵੇਖਣ ਵਾਲਿਆਂ ਦੀ ਵੀ ਖਾ ਲਿਆ ਤੇ ਸੌਂ ਲਿਆ, ਇੱਦਾਂ ਦੇ ਸਿਪਾਹੀ ਨਹੀਂ। ਬੜੇ ਬੜੇ ਸੂਰਬੀਰ ਸਿਪਾਹੀ ਸ਼ਸਤਰ ਧਾਰ ਕੇ ਜਿਹੜੇ ਕਠਨ ਤੋਂ ਕਠਨ ਦੁਰਜਨਾਂ ਨੂੰ ਦਲ ਕੇ ਸੁੱਟ ਦਿੰਦੇ ਸਨ। ਅੱਗੇ ਮਹਾਰਾਜ ਉਹਨਾਂ ਦੀ ਸੂਰਬੀਰਤਾ ਬਾਬਤ ਕਹਿੰਦੇ ਨੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੇਂਗੇ। ਗੁਮਾਨ ਫਾਰਸੀ ਦਾ ਲਫ਼ਜ਼ ਹੈ। ਇਹ ਪਾਤਸ਼ਾਹ ਦੀ ਕਲਮ ਦਾ ਕਮਾਲ ਹੈ। ਕਿਸੇ ਸਵਈਏ 'ਚ ਸੰਸਕ੍ਰਿਤ ਹੈ, ਕਿਸੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਰਸ਼ੀਅਨ ਅਰਬੀ ਫਾਰਸੀ ਵਰਤਦੇ ਨੇ, ਕਿਤੇ ਬ੍ਰਿਜ ਭਾਸ਼ਾ ਹੈ, ਕਿਤੇ ਗੁਰਮੁਖੀ ਹੈ, ਕਿਤੇ ਪੰਜਾਬੀ ਹੈ, ਕਿਤੇ ਹਿੰਦੀ ਹੈ। ਇੱਥੇ ਮਹਾਰਾਜ ਫਾਰਸੀ ਵਰਤਦੇ ਨੇ। ਗੁਮਾਨ ਅਹੰਕਾਰ, ਹੰਕਾਰ ਦਾ ਖਿਆਲ। ਭਾਰੀ ਗੁਮਾਨ ਭਰੇ ਮਨ ਮੈਂ, ਜਿਨ੍ਹਾਂ ਦੇ ਮਨ ਵਿੱਚ ਬੜਾ ਗੁਮਾਨ ਸੀ, ਬੜਾ ਅਹੰਕਾਰ ਸੀ, ਬੜਾ ਜੋਸ਼ੋ ਖਰੋਸ਼ ਸੀ। ਕੀ ਸੋਚਦੇ ਸਨ? ਕਰ ਪਰਬਤ ਪੰਖ ਹਲੇ ਨਾ ਹਲੇਂਗੇ। ਉਹ ਜਦੋਂ ਮੈਦਾਨੇ ਜੰਗ ਵਿੱਚ ਪੈਰ ਗੱਡ ਦਿੰਦੇ ਸਨ, ਉਹ ਐਸੇ ਸੂਰਬੀਰ, ਉਹਨਾਂ ਦੇ ਅੰਦਰ ਇੰਨਾ ਗੁਮਾਨ ਸੀ। ਉਹ ਕਹਿੰਦੇ ਸਨ ਵੀ ਜਿਹੜਾ ਪਰਬਤ ਹੈ ਨਾ, ਪਹਾੜ ਜਿਹਦੇ ਬਾਬਤ ਤੇ ਕਿਹਾ ਜਾਂਦਾ ਵੀ ਪਰਬਤ ਹਿਲਾਉਣੇ ਮੁਸ਼ਕਲ ਨੇ, ਉਹ ਪਰਬਤ ਤੇ ਖੰਭ ਲਾ ਕੇ ਉੱਡ ਸਕਦਾ ਹੈ, ਕਿਤੇ ਜਾ ਸਕਦਾ ਹੈ, ਪਰ ਮੈਦਾਨੇ ਜੰਗ ਵਿੱਚ ਸਾਡੇ ਗੱਡੇ ਹੋਏ ਪੈਰ ਕੋਈ ਪੁੱਟ ਦਵੇ, ਉਹ ਪੈਦਾ ਨਹੀਂ ਹੋਇਆ। ਪਰਬਤ ਨੂੰ ਕਹਿੰਦੇ ਉਡਾ ਸਕਦਾ ਹੈ ਕੋਈ, ਹਿਲਾ ਸਕਦਾ ਹੈ ਕੋਈ, ਚਲਾਏਮਾਨ ਕਰ ਸਕਦਾ ਹੈ ਕੋਈ, ਪਰ ਅਸੀਂ ਚਲਾਏਮਾਨ ਹੋਈਏ? ਸਾਨੂੰ ਮੈਦਾਨੇ ਜੰਗ ਦੇ ਵਿੱਚੋਂ ਕੋਈ ਇੱਕ ਕਦਮ ਵੀ ਪਿੱਛੇ ਹਟਾ ਦਵੇ, ਇੱਧਰ ਉੱਧਰ ਕਰ ਦਵੇ, ਤੇ ਕਹਿੰਦੇ ਇਹ ਨਹੀਂ ਹੋ ਸਕਦਾ। ਪਰਬਤ ਹਿਲ ਸਕਦੇ ਨੇ, ਅਸੀਂ ਨਹੀਂ ਹਿਲਾਂਗੇ। ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਇੱਥੇ ਤੋੜ ਦਾ ਮਤਲਬ ਹੈ ਤੋੜ ਕੇ ਸੁੱਟ ਦੇਣਾ। ਅਰੀਨ, ਅਰੀਨ ਦਾ ਜਿਹੜਾ ਅਰਥ ਹੈ, ਅਰੀ ਦਾ ਭਾਵ, ਅਰ ਦਾ ਭਾਵ ਹੁੰਦਾ ਦੁਸ਼ਮਣ, ਵੈਰੀ। ਤੋੜ ਦਾ ਇੱਕ ਦੂਸਰਾ ਅਰਥ ਵੀ ਹੈ ਫਾਰਸੀ ਵਿੱਚ, ਭੈਭੀਤ ਕਰ ਦੇਣਾ, ਡਰ ਦੇ ਸਹਿਤ ਕਰ ਦੇਣਾ। ਮਰੋਰ ਮਵਾਸਨ, ਮਰੋੜ ਕੇ ਸੁੱਟ ਦੇਣਾ। ਤੇ ਮਵਾਸਨ ਕਹਿੰਦੇ ਨੇ ਆਕੀ ਨੂੰ, ਜੋ ਮਤਾ ਹੈ, ਜੋ ਆਕੀ ਹੈ, ਜੋ ਸਰਕਾਰ ਦੇ ਅਧੀਨ ਨਹੀਂ ਚੱਲਦਾ, ਜੋ ਖੁਦ ਮੁਖਤਿਆਰ ਹੈ। ਉਹ ਸੂਰਮਿਆਂ ਵਿੱਚ ਇੰਨਾ ਬਲ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਉਹ ਮੈਦਾਨੇ ਜੰਗ ਵਿੱਚ ਗੱਡ ਕੇ ਪੈਰ, ਪਰਬਤਾਂ ਨਾਲੋਂ ਮਜ਼ਬੂਤ ਜਿਨ੍ਹਾਂ ਦਾ ਇਰਾਦਾ ਸੀ, ਬੜੇ ਬੜੇ ਆਕੀਆਂ ਨੂੰ, ਜਿਹੜੇ ਕਿਸੇ ਦੇ ਦਬਾਇਆ ਨਹੀਂ ਸੀ ਦੱਬੇ ਜਾਂਦੇ, ਕਿਸੇ ਰਾਜਸੀ ਹਕੂਮਤ ਅੱਗੇ ਝੁਕਦੇ ਨਹੀਂ ਸਨ, ਬਗਾਵਤ ਕਰ ਦਿੰਦੇ ਸਨ। ਇਹਨਾਂ ਸੂਰਬੀਰਾਂ ਨੇ ਤੋਰ ਅਰੀਨ, ਉਹਨਾਂ ਵੈਰੀਆਂ ਨੂੰ ਤੋੜ ਦਿੱਤਾ, ਮਰੋੜ ਕੇ ਸੁੱਟ ਦਿੱਤਾ। ਔਰ ਇੰਨੀ ਤਾਕਤ ਕਮਾਈ ਸੀ ਇਹਨਾਂ ਨੇ, ਮਾਤੇ ਮਤੰਗਨ ਮਾਨ ਮਲੇਂਗੇ। ਮਾਤੇ ਕਹਿੰਦੇ ਨੇ ਮਸਤ ਹਾਥੀ ਨੂੰ, ਮਤੰਗਨ ਹਾਥੀਆਂ ਦੀ ਫੌਜ, ਮਤੰਗ ਹਾਥੀ ਨੂੰ ਕਹਿੰਦੇ ਨੇ, ਗਨ ਅਨੇਕਾਂ ਹਾਥੀ। ਕਹਿੰਦੇ ਇਹ ਬੜੇ ਬੜੇ ਮਸਤ ਹਾਥੀਆਂ ਨੂੰ ਮਰੋੜ ਕੇ ਸੁੱਟ ਦਿੰਦੇ ਸਨ, ਤੋੜ ਕੇ ਸੁੱਟ ਦਿੰਦੇ ਸਨ, ਮਾਣ ਤੋੜ ਦਿੰਦੇ ਸਨ ਹਾਥੀਆਂ ਦਾ। ਐਸਾ ਬਲ ਪਰਮਾਤਮਾ ਨੇ ਇਹਨਾਂ ਨੂੰ ਦਿੱਤਾ ਸੀ। ਅੱਗੇ ਮਹਾਰਾਜ ਕਹਿੰਦੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨਾ, ਤਿਆਗ ਜਹਾਨ ਨਿਧਾਨ ਚਲੇਂਗੇ। ਕਹਿੰਦੇ ਜਿਸ ਦਿਨ
ਪਰਮਾਤਮਾ ਦੇ ਦਰ ਤੋਂ ਇਹਨਾਂ ਦੇ ਸਵਾਸਾਂ ਦੀ ਚਿੱਠੀ ਪਾੜ ਗਈ ਨਾ, ਇਹ ਬੜੇ ਬੜੇ ਬਾਗੀਆਂ ਨੂੰ ਮਲਣ ਵਾਲੇ ਸੂਰਮੇ, ਮਸਤ ਹਾਥੀਆਂ ਦਾ ਮਾਣ ਤੋੜਨ ਵਾਲੇ ਸੂਰਮੇ ਪਰਬਤ ਹਿੱਲ ਜਾਣ, ਇਹ ਅਹਿੱਲ ਸੂਰਮੇ ਜਿਨ੍ਹਾਂ ਨੇ ਦੁਨੀਆ ਜਿੱਤ ਲਈ, ਬਾਗੀ ਜਿੱਤ ਲਏ, ਮਵਾਸਨ ਮਲ ਕੇ ਸੁੱਟ ਦਿੱਤੇ, ਮਸਤ ਹਾਥੀ ਜਿੱਤ ਲਏ, ਸੈਂਕੜੇ ਜੰਗਾਂ ਜਿੱਤ ਲਈਆਂ, ਪਰ ਕਾਲ ਦੇ ਅੱਗੇ ਰੰਚਕ ਮਾਤਰ ਨਹੀਂ ਟਿਕ ਸਕੇ। ਪਰਮਾਤਮਾ ਦੇ ਦਰ ਤੋਂ ਚਿੱਠੀ ਪਾੜ ਗਈ ਸਾਹਾਂ ਦੀ, ਤੇ ਅੰਤ ਨੂੰ ਕਹਿੰਦੇ ਹੱਥ ਮਲਦੇ ਹੋਏ ਦੁਨੀਆ ਤੋਂ ਚਲੇ ਗਏ। ਭਾਵ ਤੂੰ ਜਿੱਡਾ ਚਾਹੇ ਤਾਕਤਵਰ ਹੈ, ਤਖਤਾਂ ਤਾਜਾਂ ਦਾ ਮਾਲਕ ਹੈ, ਚੰਗਾ ਜੀਵਨ ਬਤੀਤ ਕਰ, ਤੈਨੂੰ ਲੋਕ ਯਾਦ ਕਰਨ, ਇਹ ਨਾ ਹੋਵੇ ਐਸੀ ਕਰਤੂਤ ਹੋਵੇ ਤੇਰੀ ਕਿ ਤੈਨੂੰ ਜਾਣ ਤੋਂ ਬਾਅਦ ਵੀ ਲਾਹਨਤਾਂ ਪੈਣ। ਰਹਿ ਤੂੰ ਸਕਦਾ ਨਹੀਂ, ਜਿੱਡਾ ਚਾਹੇ ਤੂੰ ਬਾਦਸ਼ਾਹ ਹੈ, ਜਿਤਨੀ ਚਾਹੇ ਤੇਰੇ ਵਿੱਚ ਤਾਕਤ ਹੈ। ਹੰਕਾਰੀਆਂ ਦੇ ਹੰਕਾਰ ਨੂੰ ਤੋੜਨ ਵਾਲੇ, ਮਸਤ ਹਾਥੀਆਂ ਦੇ ਮਾਣ ਨੂੰ ਤੋੜਨ ਵਾਲੇ ਐਸੇ ਸਿੱਕੇ ਹੋਏ ਸਿਪਾਹੀ, ਜਿਨ੍ਹਾਂ ਦਾ ਵਜੂਦ ਪਰਬਤਾਂ ਨੂੰ ਮਜ਼ਬੂਤ ਸੀ, ਸ਼ਸਤਰਾਂ ਨੂੰ ਸੀਨੇ ਤੇ ਜਰਨ ਵਾਲੇ ਸਿਪਾਹੀ ਵੀ ਕਾਲ ਨੇ ਨਹੀਂ ਛੱਡੇ। ਕਹਿੰਦੇ ਸ਼੍ਰੀ ਪਤ ਜੋ ਸਾਰਿਆਂ ਦਾ ਪਤੀ ਹੈ, ਸ਼੍ਰੀ ਸ਼੍ਰੋਮਣੀ ਹੈ, ਅਕਾਲ ਪੁਰਖ, ਸ਼੍ਰੀ ਭਗਵਾਨ ਜੋ ਸਭ ਅਜ਼ਮਤਾਂ ਦਾ ਮਾਲਕ ਹੈ, ਸਰਬੱਗ ਪੂਰਨ ਪੁਰਖ ਭਗਵਾਨ ਹੈ, ਭਗਤ ਵਸ਼ਲ ਕਰੁਣਾਮਏ। ਬਾਣੀ ਕਹਿੰਦੀ ਭਗਵਾਨ ਕੌਣ? ਜੋ ਸਰਬੱਗ ਹੈ, ਜੋ ਪੂਰਨ ਹੈ, ਕੁੱਲ ਕਾਇਨਾਤ ਦਾ ਮਾਲਕ ਹੈ, ਭਗਤਾਂ ਦੇ ਵਸ ਹੈ, ਹੰਕਾਰੀਆਂ ਦਾ ਖੁਰਾ ਖੋਜ ਮਿਟਾ ਦਿੰਦਾ ਹੈ। ਕਿਰਪਾ ਬਿਨ, ਵਿਦਆਊਟ ਹਿਸ ਗ੍ਰੇਸ, ਉਹਦੀ ਕਿਰਪਾ ਤੋਂ ਬਿਨਾਂ, ਦਇਆ ਤੋਂ ਬਿਨਾਂ, ਮਿਹਰ ਤੋਂ ਬਿਨਾਂ, ਤਰਸ ਤੋਂ ਬਿਨਾਂ। ਆਖਣ ਲੱਗੇ ਤਿਆਗ ਜਹਾਨ ਨਿਧਾਨ ਚਲੇਂਗੇ, ਛੱਡਣ ਦੀ ਕਿਰਿਆ, ਤਿਆਗ ਕਰ ਦੇਣਾ। ਜਹਾਨ ਫਾਰਸੀ ਦਾ ਲਫ਼ਜ਼ ਹੈ, ਜਗਤ, ਸੰਸਾਰ। ਨਿਧਾਨ ਅੰਤ ਨੂੰ ਕਹਿੰਦੇ ਨੇ, ਅਖੀਰ ਨੂੰ, ਚਲੇਂਗੇ, ਚਲੇ ਜਾਣਾ। ਓੜਕ ਨੂੰ ਭਾਵ ਨਿਧਾਨ, ਅੰਤ ਨੂੰ, ਆਖਰ ਨੂੰ। ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਉਹ ਦੁਨੀਆ ਛੱਡ ਕੇ ਚਲੇ ਗਏ, ਕਾਲ ਨੂੰ ਨਹੀਂ ਜਿੱਤ ਸਕੇ। ਦੁਸ਼ਮਣ ਜਿੱਤਣੇ ਸਿੱਖ ਲਏ, ਮਸਤ ਹਾਥੀ ਮਲਣੇ ਸਿੱਖ ਲਏ, ਬੜੇ ਬੜੇ ਬਾਗੀਆਂ ਨੂੰ ਮਲਣਾ ਸਿੱਖ ਲਿਆ, ਪਰ ਕਾਲ ਨੂੰ ਨਹੀਂ ਮਲ ਸਕੇ। ਕਾਲ ਨੂੰ ਕੋਈ ਜਿੱਤ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਇੱਕ ਫਰਮਾਨ ਹੈ, ਜਿਨ੍ਹਾਂ ਚੀਰੀ ਚੱਲਣਾ ਹੱਥ ਤਿਨਾ ਕਿਛ ਨਾਹੀ, ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੇ। ਕਹਿੰਦੇ ਜਦੋਂ ਦਰਗਾਹੋਂ ਆਹੀ ਚਿੱਠੀ ਦੇ ਵਿੱਚ ਲਿਖਿਆ ਹੋਇਆ ਨਾ ਵੀ ਤੇਰਾ ਸਮਾਂ ਨਿਸ਼ਚਿਤ ਹੈ, ਖਤਮ ਹੋ ਗਿਆ ਹੈ, ਤੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਫੁਰਮਾਨ ਅੱਗੇ ਟਿਕਿਆ ਨਹੀਂ ਜਾ ਸਕਦਾ। ਕਹਿੰਦੇ ਫਿਰ ਤੁਹਾਡੇ ਮੇਰੇ ਹੱਥ ਵਿੱਚ ਕੁਝ ਨਹੀਂ ਹੈ। ਇੱਥੋਂ ਦੁਨੀਆ ਦੇ ਉੱਤੋਂ ਉੱਠੀ ਕਰ ਲੈ ਪਾਹੇ, ਉੱਠ ਕੇ ਜਾਣਾ ਪੈਂਦਾ ਹੈ, ਚਾਹੇ ਤੂੰ ਗਰੀਬ ਹੈ, ਚਾਹੇ ਤੂੰ ਅਮੀਰ ਹੈ। ਇੱਥੇ ਲੱਖਾਂ ਰਾਜੇ ਹੋਏ, ਲੱਖਾਂ ਉਹਨਾਂ ਨੇ ਕਿਲੇ ਬਣਾ ਲਏ। ਇਹ ਬੜੇ ਬੜੇ ਮਜ਼ਬੂਤ ਕਿਲੇ ਦੁਸ਼ਮਣਾਂ ਤੋਂ ਬਚਾ ਸਕਦੇ ਨੇ, ਕਾਲ ਤੋਂ ਨਹੀਂ ਬਚਾ ਸਕਣਗੇ। ਧਰਤੀ ਉੱਪਰ ਕੋਟ ਗੜ੍ਹ ਕੀਤੀ ਗਈ ਵਜਾਏ, ਜੋ ਅਸਮਾਨ ਨਾ ਮਾਵਨੀ, ਤਿੰਨ ਨੱਕ ਨੱਥਾਂ ਪਾਏ। ਕਹਿੰਦੇ ਏਡੇ ਏਡੇ ਸੂਰਬੀਰ ਰਾਜੇ ਹੋਏ, ਹਜ਼ਾਰਾਂ ਕਿਲੇ ਬਣਾ ਲਏ, ਔਰ ਡੰਕੇ ਤੇ ਚੋਟ ਕਰਕੇ ਐਲਾਨ ਕਰਦੇ ਰਹੇ ਅਸੀਂ ਦੁਨੀਆ ਨੂੰ ਜਿੱਤ ਲਿਆ ਹੈ। ਆਪਣਾ ਵਾਜਾ ਵਜਾਉਂਦੇ ਰਹੇ ਇੱਥੇ। ਇੰਨਾ ਮਾਣ, ਇੰਨਾ ਹੰਕਾਰ, ਇੰਨਾ ਉੱਚਾ ਸਮਝਦੇ ਨੇ ਆਪਣੇ ਆਪ ਨੂੰ। ਕਹਿੰਦੇ ਸਨ ਅਸੀਂ ਅਸਮਾਨ ਦੇ ਥੱਲੇ ਵੀ ਸਮਾ ਨਹੀਂ ਸਕਦੇ, ਇਤਨੀ ਦੂਰ ਤੱਕ ਉਹਨਾਂ ਦੀ ਬਰਕਤ ਸੀ। ਮਿਉਂਦੇ ਹੀ ਨਹੀਂ ਅਸੀਂ ਅਸਮਾਨ ਦੇ ਹੇਠਾਂ। ਕਹਿੰਦੇ ਨਰਕ ਸਵਰਗ ਨੂੰ, ਦੁਨੀਆ ਦੇ ਰਾਜ ਨੂੰ ਤੁਛ ਜਾਣਨ ਵਾਲੇ ਐਸੇ ਐਸੇ ਸੂਰਬੀਰ, ਤਿੰਨ ਨੱਕ ਨੱਥਾਂ ਪਾਏ, ਜਿਹੜੇ ਕਿਸੇ ਅੱਗੇ ਝੁਕੇ ਨਹੀਂ। ਕਾਲ ਨੇ ਨੱਥ ਪਾ ਕੇ ਖੜੇ ਨੇ, ਜਿਵੇਂ ਪਸ਼ੂ ਨੂੰ ਨੱਥ ਪਾਈ ਦੀ ਹੈ।
ਝੁਕਾ ਕੇ ਖੜੇ ਨੇ। ਬੰਦਾ ਤੇਰਾ ਕੁਝ ਨਾ ਵਿਗਾੜ ਸਕੇ, ਤੇਰੇ ਕੋਲ ਤਾਕਤ ਹੈ, ਪਰ ਕਾਲ ਐਸੀ ਨੱਥ ਪਾਉਂਦਾ ਹੈ ਫਿਰ ਛੁੱਟਿਆ ਨਹੀਂ ਜਾ ਸਕਦਾ। ਸੋ ਮਹਾਰਾਜ ਇਹੀ ਸਮਝਾਉਂਦੇ ਨੇ, ਲਸਕਰ ਸਣੇ ਦਮਾਮਿਆਂ ਛੁੱਟੇ ਬੰਕ ਦੁਆਰ, ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ। ਕਹਿੰਦੇ ਦੇਖ ਮਿੱਟੀ ਦਾ ਹੈ, ਕਾਲ ਨੇ ਮਿੱਟੀ 'ਚ ਹੀ ਮਿਲਾ ਦੇਣਾ ਹੈ। ਦਮਾਮੇ ਵੱਜਦੇ ਇੱਥੇ ਰਹਿ ਜਾਣੇ ਨੇ, ਬੰਕ ਦੁਆਰ ਇੱਥੇ ਰਹਿ ਜਾਣੇ ਨੇ, ਮਹਿਲ ਇੱਥੇ ਰਹਿ ਜਾਣੇ ਨੇ। ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਕਹਿੰਦਾ ਜ਼ਿੰਦਗੀ ਕਿਆ ਹੈ अनासिर में ज़हूर तरतीब। जिंदगी क्या है अनासिर में ज़हूर तरतीब। मौत क्या है इन्हीं अज़ां का परेशान होना। कहता जिंदगी की है ज़हूर तरतीब, तत्तां दा इकत्तर होना। पंजां तत्तां तो ही बनया ना जीवन। पानी है, हवा है, मिट्टी है, अगन है, पेट खाली विचों आसमान है। पंज तत्त ये रब ने इकट्ठे कर दिते। इस मिट्टी तो भांडा बन गया तो इन्हां तत्तां नूं रब फिर खिलार दिंदा है। ये मौत है। ओने दिन ये जीवन है। इत्थे लिखिया ना, सिरी पत सिरी भगवान कृपा बिन। जिन्ने दिन कृपा रही ये जीवन है। जदों ने हस्त चुक लिया सिर तो त्याग जहान निधान चलेंगे, उस दिन ही ये मिट्टी भुंजे डिग पैनी है। श्वास उन्हें खिंच लेने ने। कहते जिचर तेरी जोत, तिचर ज्योति विच तू बोला है। अगे बापू कहता है, विण ज्योति कोई किश करे हो दिखा। सिहानी है जोत सी ते चलदे ने, तू जोत खिंच लई, एक भी कदम कोई पुट के दिखा दवे ते मन लईए उहदी ताकत नूं। जोत खिंचण दी देर है, नानक ढेरी छार की भी फिर होई छार। कहंदे मिट्टी हो जांदा है। तू जिन्ने मर्जी सुपने कढ ला, तसव्वुर कहंदे ने जिन्नियां मर्जी कल्पनावां कर ला, ख्यालात पैदा कर ला। एक शायर ने कहा, कहंदा तसव्वुर में ना जाने खातबे तकदीर क्या था, मेरा अंजाम लिखा है मेरे आगाज से पहले। जिन्ने मर्जी सुपने बुन लै, कहानियां घड़ लै, तेरे आउण तो पहला तेरी मौत का दिन तय है। जम्मण तो पहला मौत का दिन तय है। हुण तुसीं आखोगे जमया भी नहीं तो मौत काहदी। तुसीं एक बाणी च पंक्ति ध्यान नाल पढ़िओ, कई जन्म गर्भ हिर खरिया। हजे काका पैदा नहीं सी होया, माँ ने गर्भ धारिया, मां अल्फाज उहनूं मिल गया, गर्भ धारिया तो डॉक्टर कह दिंदे ने तो 2-3 महीनों का विच ही गुजर गया है, खुर गया है। कई जन्म गर्भ हिर खरिया, जमया भी नहीं, आगाज भी नहीं होया, ढिड च ही खोर दिता काल ने। इनू कहंदे ने मौत पहला है, लिखत पहला हो चुकी है। पता नहीं गर्भ विच ही खोर दवे जां दुनिया ते आउण दवे। तुसीं रोज़ पढ़दे हो, मरण लिखाए मंडल मह आए। मौत लिखी हुई है जिंदगी तो पहला। सो बड़े बड़े इत्थे सूरमे होए ने, जिन्ना चिर परमात्मा दे बख्शे साह सन उन्हां साह लए दुनिया जित लई। उन्हें दरगाहों लिखत जिहड़ी सी ना प्रगट कर दिती, समा आ गया है जाना पवेगा। कहंदे फिर कोई सूरमा नहीं टिकेगा। एक तरीका है, आखण लगे जे ते रब मारे ते नहीं बचोगे, जे रब रखे ते श्वास चल सकते ने। सच्चा साहिब मारिया कौन तिसनू रखै, नानक तिस शरणागति सो पुरख अलखै। रब मारे ते नहीं कोई बचदा, रब रखे ते बचिया जा सकता है। कहते रब की किरपा नाल ही श्वास चलते रह सकते ने, होर कोई इत्थे तरीका नहीं है। तो फिर रोज़ तरला लिया करो, ज्यों भावै त्यों राख मेरे साहिब, मैं तुझ बिन अवरना कोई। ओही रख सकता है, होर कोई दुनिया ते रखण वाला नहीं है। सो अगे पातशाह यही समझाते ने जी, उहदी किरपा लैण दा तरीका
ਉਹਦਾ ਨਾਮ ਜਪਿਆ ਕਰੋ, ਅਰਦਾਸ ਕਰਿਆ ਕਰੋ ਵੀ ਅੱਜ ਇਹ ਜਿਹੜਾ ਦਿਨ ਹੈ ਨਾ ਤੇਰੇ ਕਰਕੇ ਮਹਾਰਾਜ ਇਹਦਾ ਆਗਾਜ਼ ਹੋਇਆ ਹੈ, ਚੰਗਾ ਬਤੀਤ ਹੋਵੇ, ਕੱਲ ਦਾ ਵੀ ਚੜ੍ਹੇ, ਸੁਖ ਮਾਣੀਏ, ਉਹਦੇ ਅੱਗੇ ਤਰਲਾ ਲਿਆ ਕਰੋ। ਹੋਰ ਕੋਈ ਤਰੀਕਾ ਨਹੀਂ ਹੈ। ਮਹਾਰਾਜ ਕਹਿੰਦੇ ਮੈਂ ਤੁਝ ਵੇ ਨਵਰਨਾ ਕੋਈ, ਹੋਰ ਕੋਈ ਰੱਖਣ ਵਾਲਾ ਹੀ ਨਹੀਂ ਹੈ ਦੁਨੀਆ ਤੇ। ਸੋ ਮਹਾਰਾਜ ਇਸ ਪਾਕ ਸਵਈਏ ਰਾਹੀਂ ਬੰਦੇ ਨੂੰ ਆਪਣੇ ਵਜੂਦ ਦੇ ਨਾਲ ਜੋੜਦੇ ਨੇ ਵੀ ਰੱਬ ਨੂੰ ਚੇਤੇ ਰੱਖੇ, ਤਖਤ ਦੌਲਤ ਸ਼ੌਹਰਤ ਸਦੀਵੀ ਨਹੀਂ, ਚੰਗਾ ਕਰਮ ਕਰ, ਲੋਕ ਯਾਦ ਕਰਨ ਤੈਨੂੰ। ਜਾਣਾ ਸੰਤ ਨੇ ਵੀ ਹੈ, ਸਾਖਤ ਨੇ ਵੀ ਹੈ। ਸੰਤ ਨੂੰ ਲੋਕ ਯਾਦ ਕਰਦੇ ਨੇ, ਸਾਖਤ ਨੂੰ ਲਾਹਨਤਾਂ ਪਾਉਂਦੇ ਨੇ, ਚੰਗੀ ਕਰਨੀ ਵਾਲੇ ਨੂੰ ਲੋਕ ਪਿੱਛੋਂ ਵੀ ਯਾਦ ਕਰਦੇ ਨੇ, ਮੰਦੀ ਕਰਨੀ ਵਾਲੇ ਨੂੰ ਲਾਹਨਤਾਂ ਹੀ ਪੈਂਦੀਆਂ ਨੇ। ਸੋ ਚੰਗਾ ਜੀਵਨ ਬਤੀਤ ਕਰੋ। ਮਹਾਰਾਜ ਵੈਰਾਗ ਦਾ ਹੁਕਮ ਕਰਦੇ ਨੇ। ਅੱਗੇ ਫਿਰ ਸੂਰਬੀਰਾਂ ਦੇ ਬਾਬਤ ਜ਼ਿਕਰ ਕਰਦੇ ਨੇ, ਵੀਰ ਅਪਾਰ ਵੱਡੇ ਬਰਿਆਰ ਅਬਚਾਰਹਿ ਸਾਰ ਕੀ ਧਾਰ ਪਛਈਆ। ਕਹਿੰਦੇ ਬੜੇ ਬੜੇ ਦੁਨੀਆ ਦੇ ਉੱਤੇ ਵੀਰ ਹੋਏ ਨੇ, ਵੀਰ, ਵੀਰ ਤੋਂ ਬਣਿਆ ਵੀਰ, ਭਾਵ ਸੂਰਮੇ ਸੂਰਬੀਰ। ਇੱਕ ਹੈ ਯੁੱਧ ਵੀਰ, ਵਿਦਵਾਨਾਂ ਨੇ ਨਾ 4 ਤਰ੍ਹਾਂ ਦੇ ਵੀਰ ਲਿਖੇ ਨੇ। ਇੱਕ ਹੈ ਯੁੱਧ ਵੀਰ, ਜਿਹੜਾ ਮੈਦਾਨੇ ਜੰਗ ਵਿੱਚ ਜਦੋਂ ਕਦਮ ਰੱਖਦਾ ਹੈ ਤੇ ਪਿੱਛੇ ਨਹੀਂ ਹਟਦਾ, ਜਿਹਦੇ ਬਾਰੇ ਕਲਗੀਧਰ ਪਾਤਸ਼ਾਹ ਜ਼ਿਕਰ ਕਰਦੇ ਨਾ, ਜਬੈ ਬਾਣ ਲਾਗਿਓ ਤਬੈ ਰੋਸ, ਜਾਗਿਓ ਕਰੰਗ ਲੈ ਕਮਾਨੰ ਹਨੰਗ ਬਾਣ ਤਾਨੰ। ਉਹਦੇ ਫੱਟ ਲੱਗੇ ਤੇ ਉਹ ਪਿੱਛੇ ਨਹੀਂ ਹਟਦਾ, ਉਹ ਸ਼ਸਤਰ ਚੁੱਕ ਕੇ ਹਮਲਾ ਕਰਦਾ ਹੈ। ਦੂਸਰਾ ਹੈ ਦਾਨਵੀਰ, ਜੋ ਸਭ ਕੁਝ ਲੁਟਾ ਦਿੰਦਾ ਹੈ, ਦਾਨ ਕਰ ਦਿੰਦਾ ਹੈ। ਤੀਸਰਾ ਹੈ ਧਰਮਵੀਰ, ਜੋ ਧਰਮ ਦੀ ਖਾਤਰ ਸਿਰ ਦਿੰਦਾ ਹੈ, ਜਿਵੇਂ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ ਹੈ। ਮੌਤ ਦਾ ਭੈ ਨਹੀਂ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਹੁਣ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਦੁਨੀਆ ਤੇ ਬੜੇ ਬੜੇ ਵੀਰ ਹੋਏ ਨੇ, ਦਾਨ ਵੀਰ ਹੋਏ ਨੇ, ਧਰਮ ਵੀਰ ਹੋਏ ਨੇ, ਦਇਆ ਵੀਰ ਹੋਏ ਨੇ, ਜਿਹੜੇ ਦਇਆ ਦੇ ਘਰ ਨੇ। ਜਿਤੈ ਸ਼ਰਨ ਜੈ ਹੈ ਤਿਤਿਓ ਰਾਖ ਲੈ ਹੈ, ਜਿਹੜਾ ਉਹਨਾਂ ਦੀ ਸ਼ਰਨ ਆਇਆ ਉਹਨਾਂ ਰੱਖਿਆ ਕੀਤੀ। ਯੁੱਧ ਵੀਰ ਹੋਏ ਨੇ, 4 ਤਰ੍ਹਾਂ ਦੇ ਵੀਰ। ਖੈਰ ਜਿਹੜਾ ਇੱਥੇ ਵੀਰ ਦੀ ਗੱਲ ਹੈ ਨਾ ਸਵਈਏ 'ਚ, ਉਹ ਹੈ ਜਿਨ੍ਹਾਂ ਮੈਦਾਨੇ ਜੰਗ ਵਿੱਚ ਨਿੱਤਰ ਕੇ ਲੱਖਾਂ ਨੂੰ ਮਲੀਆ ਮੇਟ ਕਰ ਦਿੱਤਾ। ਵੀਰ ਅਪਾਰ, ਅਪਾਰ ਦਾ ਭਾਵ ਹੈ ਬੇਅੰਤ, ਵੱਡੇ ਵੱਡੇ ਸੂਰਮੇ, ਵੱਡੇ ਬਰਿਆਰ, ਇੰਨੇ ਵੱਡੇ ਸਨ ਅਪਾਰ, ਉਹਨਾਂ ਦੀ ਵਡਿਆਈ, ਉਹਨਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਵੀ ਬੜੇ ਤਾਕਤਵਰ ਸਨ। ਕੀ ਬਿਆਨ ਕਰੀਏ। ਕਹਿੰਦੇ ਬਰਿਆਰ ਦਾ ਮਤਲਬ ਹੁੰਦਾ ਹੈ ਬਲਵਾਨ, ਬਹੁਤੇ ਬਲਵਾਨ, ਪਾਰਾਵਾਰ ਤੋਂ ਰਹਿਤ ਜਿਨ੍ਹਾਂ ਦੀ ਤਾਕਤ ਸੀ। ਅਬਚਾਰਹਿ ਸਾਰ ਕੀ ਧਾਰ ਪਛਈਆ। ਅਬਚਾਰ ਕਹਿੰਦੇ ਨੇ ਵਿਚਾਰ ਦਾ ਅਭਾਵ, ਜਿਹੜੇ ਵਿਚਾਰ ਨਹੀਂ ਕਰਦੇ। ਸਾਰ ਕੀ ਧਾਰ ਪਛਈਆ, ਸਾਰ ਸ਼ਸਤਰ ਨੂੰ ਕਹਿੰਦੇ ਨੇ ਤੇ ਧਾਰ ਉਹਦੀ ਤਿੱਖੀ ਨੋਕ ਨੂੰ, ਜਿਵੇਂ ਤਲਵਾਰ ਦੀ ਧਾਰ ਹੈ, ਤੀਰ ਦੀ ਨੋਕ ਹੈ। ਪਛਈਆ ਦਾ ਭਾਵ ਹੈ ਝੱਲ ਲੈਣਾ, ਝਾਲ ਨੂੰ ਝੱਲ ਲੈਣਾ। ਸਾਰ ਲੋਹੇ ਦਾ ਫੌਲਾਦ ਦਾ ਹਥਿਆਰ, ਪਛਈਆ ਭਾਵ ਭੱਛ ਲੈਣਾ, ਖਾ ਲੈਣਾ ਵਾਰ ਨੂੰ। ਕਹਿੰਦੇ ਕੀ ਦੱਸਾਂ ਉਹਨਾਂ ਸੂਰਬੀਰਾਂ ਬਾਬਤ, ਐਸੇ ਐਸੇ ਮਹਾਬਲੀ ਹੋਏ ਨੇ ਦੁਨੀਆ ਤੇ, ਜਿਹੜੇ ਮੈਦਾਨੇ ਜੰਗ ਵਿੱਚ ਨਿੱਤਰਦੇ ਸਨ, ਬਿਨਾਂ ਵਿਚਾਰ ਤੋਂ, ਬਿਨਾਂ ਡਰੇ ਤੋਂ ਦੁਸ਼ਮਣਾਂ ਦੇ ਸਾਹਮਣੇ ਅੜ ਜਾਂਦੇ ਸਨ। ਸ਼ਸਤਰਾਂ ਦੀ ਧਾਰ ਨੂੰ ਪਛਈਆ ਸੀਨੇ ਤੇ ਝੱਲਦੇ ਸਨ, ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਭੈ ਤੋਂ ਦੁਸ਼ਮਣਾਂ ਅੱਗੇ ਜੂਝਦੇ ਸਨ। ਉਹ ਵਿਚਾਰ ਨਹੀਂ ਸੀ ਕਰਦੇ ਵੀ ਕੀ ਸਿੱਟਾ ਨਿਕਲੇਗਾ, ਉਹਨਾਂ ਨੂੰ ਮੌਤ ਦਾ ਭੈ ਨਹੀਂ ਸੀ। ਜੇ ਮੈਦਾਨੇ ਜੰਗ ਵਿੱਚ ਉਤਰਿਆ ਸੂਰਾ ਇਹ ਗੱਲ ਸੋਚੇ ਵੀ ਕਿਤੇ ਵੱਢਿਆ ਨਾ ਜਾਵਾਂ, ਕਿਤੇ ਕੱਟਿਆ ਨਾ ਜਾਵਾਂ, ਉਹ ਜੰਗ ਨਹੀਂ ਲੜ ਸਕਦਾ। ਉਹ ਸੂਰਮਾ ਕਾਹਦਾ ਹੈ?
ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੂਰ ਕੇ ਸਨਮੁਖ ਰਨ ਤੇ ਡਰਪੈ, ਸਤੀ ਕੇ ਸਾਂਚੈ ਭਾਂਡੈ। ਕਹਿੰਦੇ ਜਿਹੜਾ ਮੈਦਾਨੇ ਜੰਗ ਵਿੱਚ ਸਾਹਮਣੇ ਦਿਸਦੀ ਹੋਈ ਮੌਤ ਤੋਂ, ਸ਼ਸਤਰਾਂ ਤੋਂ ਡਰ ਜਾਵੇ, ਉਹ ਜੰਗ ਨਹੀਂ ਲੜ ਸਕਦਾ। ਪੁਰਾਣੇ ਸਮੇਂ 'ਚ ਇੱਕ ਰਿਵਾਜ ਸੀ ਨਾ, ਘਰ ਵਾਲਾ ਮਰ ਜਾਣਾ ਤੇ ਉਹ ਬੀਬੀ ਨਾਲ ਹੀ ਉਹਦੇ ਚਿਖਾ ਵਿੱਚ ਸੜ ਜਾਂਦੀ ਸੀ, ਸਤੀ ਹੋ ਜਾਂਦੀ ਸੀ। ਤੇ ਕਹਿੰਦੇ ਜੇ ਇੱਕ ਬੀਬੀ ਆਖੇ ਵੀ ਮੈਂ ਫਿਰ ਸੜਦੀ ਹਾਂ, ਪਹਿਲਾਂ ਘਰ ਦੇ ਭਾਂਡੇ ਸਾਂਭਾਂ, ਕੋਈ ਲੈ ਨਾ ਜਾਵੇ, ਤੇ ਉਹ ਸਤੀ ਨਹੀਂ ਹੋ ਸਕਦੀ। ਭਾਵ ਇੰਨਾ ਦਿਲ ਨਹੀਂ ਹੈ। ਜਿਹੜਾ ਸੂਰਬੀਰ ਮੈਦਾਨੇ ਜੰਗ ਵਿੱਚ ਸ਼ਸਤਰਾਂ ਤੋਂ ਡਰ ਗਿਆ, ਉਹ ਮੈਦਾਨੇ ਜੰਗ ਵਿੱਚ ਸ਼ਹਾਦਤ ਨਹੀਂ ਪਾ ਸਕਦਾ। ਇੱਕ ਉਦਾਹਰਣ ਲਈ ਹੈ ਸਤੀ ਦੀ। ਇਹ ਸਤੀ ਸਿਸਟਮ ਸਾਡੇ ਗੁਰੂ ਪਾਤਸ਼ਾਹ ਨੇ ਖਤਮ ਕੀਤਾ ਸੀ, ਗੁਰੂ ਅਮਰਦਾਸ ਮਹਾਰਾਜ ਨੇ। ਦੀਨ ਦੁਨੀਆ ਦੇ ਮਾਲਕ ਕਹਿੰਦੇ, ਜਿਹੜਾ ਸੂਰਮਾ ਮੈਦਾਨੇ ਜੰਗ ਵਿੱਚ ਡਰ ਗਿਆ ਸ਼ਸਤਰਾਂ ਤੋਂ, ਉਹ ਸ਼ਹਾਦਤ ਦੀ ਅਵਧੀ ਨਹੀਂ ਪਾਵੇਗਾ। ਹੁਣ ਇੱਥੇ ਮਹਾਰਾਜ ਆਖਣ ਲੱਗੇ, ਐਸੇ ਸੂਰਮੇ ਹੋਏ ਜਿਹੜੇ ਮੈਦਾਨੇ ਜੰਗ ਵਿੱਚ ਕੀ ਕਰਦੇ ਨੇ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਕੱਟੇ ਜਾਂਦੇ, ਵੱਢੇ ਜਾਂਦੇ, ਪਰ ਡਰਦੇ ਨਹੀਂ ਸਨ। ਅੱਗੇ ਆਖਣ ਲੱਗੇ, ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਹੁਣ ਦੇਖੋ, ਮਹਾਰਾਜ ਕਹਿੰਦੇ ਨੇ ਤੋਰਤ, ਤੋੜ ਕੇ ਸੁੱਟ ਦੇਣਾ, ਦੇਸ਼ਾਂ ਨੂੰ ਖਿਲਾਰ ਕੇ ਸੁੱਟ ਦੇਣਾ, ਬੜੇ ਬੜੇ ਦੇਸ਼ ਜਿੱਤ ਕੇ ਜੋੜ ਤੋੜ ਕਰ ਦੇਣੀ। ਮਲਿੰਦ ਕਹਿੰਦੇ ਨੇ ਮਲ ਕੇ ਸੁੱਟਣ ਨੂੰ। ਹੁਣ ਅੱਗੇ ਪਾਤਸ਼ਾਹ ਆਖਣ ਲੱਗੇ, ਮਵਾਸਨ, ਜਿਹੜੇ ਆਕੀ ਨੇ, ਜਿਹੜੇ ਕਿਸੇ ਰਾਜੇ ਤੋਂ ਨਹੀਂ ਡਰਦੇ, ਆਂਤਕ ਫੁਲਾਉਂਦੇ ਨੇ। ਮਾਤੇ ਗਜਾਨ, ਮਾਤੇ ਮਸਤ ਗਜਾਨ, ਗਜਾਂ ਦੀ, ਹਾਥੀਆਂ ਦੀ ਫੌਜ। ਮਾਨ ਅਹੰਕਾਰ, ਮਲਈਆ ਮਲ ਕੇ ਸੁੱਟ ਦੇਣਾ। ਕਹਿੰਦੇ ਉਹ ਸੂਰਮੇ ਜਿਹੜੇ ਬੜੇ ਬੜੇ ਮਸਤ ਹਾਥੀਆਂ ਦੇ ਮਾਣ ਨੂੰ ਮਲ ਕੇ ਸੁੱਟਦੇ ਨੇ, ਦੇਸ਼ਾਂ ਨੂੰ ਤੋੜ ਕੇ ਸੁੱਟ ਦਿੰਦੇ ਨੇ, ਆਕੀਆਂ ਦੇ ਮਾਣ ਨੂੰ ਮਲ ਦਿੰਦੇ ਸਨ, ਹਾਥੀਆਂ ਦੇ ਹੰਕਾਰ ਦਾ ਮਲੀਆ ਮੇਟ ਕਰ ਦਿੰਦੇ ਸਨ। ਅੱਗੇ ਉਹਨਾਂ ਦੀ ਤਾਕਤ ਬਾਰੇ ਹੈ, ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ। ਗਾੜੇ ਤੋਂ ਭਾਵ ਹੈ ਉਹ ਕਿਲ੍ਹਾ ਜੋ ਬੜਾ ਸਖਤ ਹੈ, ਜਿਸ ਨੂੰ ਤੋੜਿਆ ਨਾ ਜਾ ਸਕੇ, ਬੜਾ ਗਾੜਾ, ਬੜਾ ਸੰਘਣਾ, ਬੜਾ ਮਜ਼ਬੂਤ। ਗੜਾਨ ਕੈਸਲ ਨੂੰ ਕਹਿੰਦੇ ਨੇ, ਗੜ੍ਹ ਨੂੰ, ਕਿਲ੍ਹੇ ਨੂੰ। ਕਹਿੰਦੇ ਬੜੇ ਬੜੇ ਮਜ਼ਬੂਤ ਕਿਲ੍ਹਿਆਂ ਨੂੰ ਤੋੜ ਕੇ ਸੁੱਟਣ ਵਾਲੇ ਸੂਰਮੇ। ਜਿਹੜਾ ਕਿਲ੍ਹਾ ਜਿੱਤਿਆ ਨਾ ਜਾਵੇ, ਉਸ ਨੂੰ ਜਿੱਤਣ ਵਾਲੇ ਸੂਰਮੇ। ਜਿਵੇਂ ਖੈਬਰ ਪਾਸ ਅਮਰੀਕਾ ਕੋਲੋਂ ਨਹੀਂ ਅੱਜ ਤੱਕ ਜਿੱਤਿਆ ਗਿਆ, ਪਰ ਮਹਾਰਾਜਾ ਰਣਜੀਤ ਸਿੰਘ, ਬਾਬਾ ਹਰੀ ਸਿੰਘ ਨਲੂਏ ਹੋਣਾ ਉਹ ਪਾਸ ਵੀ ਜਿੱਤਿਆ, ਜਿੱਥੋਂ ਬਾਹਰੀ ਹਮਲਾਵਰ ਭਾਰਤ ਵਰਸ਼ 'ਤੇ ਹਮਲਾ ਕਰਦੇ ਸਨ। ਜਿਸ ਰਸਤੇ ਨੂੰ, ਜਿਸ ਇਲਾਕੇ ਨੂੰ ਅਮਰੀਕਾ ਨਹੀਂ ਜਿੱਤ ਸਕਿਆ, ਹੁਣ ਸਮਝੌਤਾ ਕਰ ਗਿਆ ਹੈ ਅਫਗਾਨਿਸਤਾਨ ਦੇ ਵਿੱਚ। ਕਿੰਨੇ ਸਾਲ ਤੋਂ ਜੰਗ ਲੜ ਰਿਹਾ ਹੈ, ਕਿੰਨੇ ਸ਼ਸਤਰਾਂ ਨਾਲ ਲੈਸ, ਪਰ ਗੁਰੂ ਗੋਬਿੰਦ ਦੇ ਥਾਪੜੇ ਦੇ ਮਾਲਕ ਸਿੰਘਾਂ ਨੇ ਇਹ ਖੈਬਰ ਪਾਸ ਵੀ ਜਿੱਤਿਆ। ਕਦੇ ਜਾ ਕੇ ਹਿਸਟਰੀ ਪੜ੍ਹਿਓ, ਤੇ ਜਮਰੌਦ ਦਾ ਕਿਲ੍ਹਾ ਵੀ ਹਰੀ ਸਿੰਘ ਨਲੂਏ ਨੇ ਜਿੱਤਿਆ ਸੀ, ਜਿਹਨੂੰ ਕੋਈ ਜਿੱਤ ਨਹੀਂ ਸਕਿਆ। ਭਾਵ ਬੜੇ ਬੜੇ ਸੂਰਮੇ, ਮਹਾਂਵੀਰ, ਮਹਾਂਬਲੀ ਹੋਏ ਨੇ ਦੁਨੀਆ ਤੇ, ਜਿਨ੍ਹਾਂ ਸੰਘਣੇ ਤੋਂ ਸੰਘਣੇ, ਮਜ਼ਬੂਤ ਤੋਂ ਮਜ਼ਬੂਤ ਕਿਲ੍ਹਿਆਂ ਨੂੰ ਭੰਨ ਦਿੱਤਾ, ਤੋੜ ਦਿੱਤਾ। ਸੋ ਬਾਤਨ ਹੀ ਚਕਚਾਰ ਲਵਈਆ। ਹੁਣ ਮਹਾਰਾਜ ਕਹਿੰਦੇ ਨੇ, ਸੋ ਚੰਗੀ ਤਰ੍ਹਾਂ ਦੇ ਨਾਲ, ਬਾਤਨ ਉਹਨਾਂ ਦੇ ਬਚਨ, ਉਹਨਾਂ ਦੇ ਜਿਹੜੇ ਭਾਰੀ ਬੋਲ ਨੇ। ਚੱਕ ਚਾਰ ਲਵਈਆ, ਕਹਿੰਦੇ ਕਈ ਇਲਾਕੇ ਤੇ ਉਹ ਜੰਗ ਲੜ ਕੇ ਜਿੱਤਦੇ ਸਨ ਐਸੇ ਸੂਰਮੇ, ਤੇ ਕਈ ਇਲਾਕੇ ਉਹਨਾਂ ਦੇ ਜਿਹੜੇ ਬੋਲ ਸਨ ਨਾ ਭਾਰੀ ਭਰਕਮ, ਉਹਨਾਂ ਦੇ ਬੋਲ ਸੁਣ ਕੇ ਹੀ ਰਾਜੇ ਇਲਾਕਾ ਛੱਡ ਜਾਂਦੇ ਸਨ।
ਉਹਨਾਂ ਦੇ ਜਕਾਰੇ ਸੁਣ ਕੇ ਹੀ ਫੌਜਾਂ ਡੋਲ ਜਾਂਦੀਆਂ ਸਨ। ਚੱਕ ਚਾਰ ਲਵਈਆ, ਚੌਹਾਂ ਦਿਸ਼ਾਵਾਂ ਵਿੱਚ ਉਹਨਾਂ ਦਾ ਐਸਾ ਖੌਫ ਸੀ, ਉਹਨਾਂ ਦੇ ਅਲਫਾਜ਼ ਸੁਣ ਕੇ ਤੇ ਇਹ ਜਿਹੜੇ ਬੜੇ ਬੜੇ ਰਾਜੇ ਸਨ ਉਹ ਇਲਾਕਾ ਛੱਡ ਜਾਂਦੇ ਸਨ, ਉਹਨਾਂ ਦੀਆਂ ਧਮਕੀਆਂ ਸੁਣ ਕੇ ਦੌੜ ਜਾਂਦੇ ਸਨ। ਖਾਲਸੇ ਦਾ ਜਿਹੜਾ ਨਾਅਰਾ ਹੈ, ਜਿਹੜਾ ਰੋਜ਼ ਤੁਸੀਂ ਪੜ੍ਹਦੇ ਹੋ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਇਹ ਐਸਾ ਬੁਲੰਦ ਨਾਅਰਾ ਸੀ, ਸੁਣ ਕੇ ਦੁਸ਼ਮਣ ਦੌੜ ਜਾਂਦੇ ਸਨ। ਖੈਰ ਕਹਿੰਦੇ ਬੜੇ ਬੜੇ ਸੂਰਮੇ ਹੋਏ, ਜਿਨ੍ਹਾਂ ਨੂੰ ਸੈਨਾ ਦੀ ਵੀ ਲੋੜ ਨਾ ਪਈ। ਉਹਨਾਂ ਦੇ ਭਾਰੇ ਭਰਕਮ ਬੋਲ ਐਸੇ ਸਨ, ਫਤਿਹ ਕਰਨ ਵਾਲੇ ਬੋਲ ਐਸੇ ਸਨ, ਚੌਹਾਂ ਕੁੰਟਾਂ ਦੇ ਰਾਜੇ ਸੁਣ ਕੇ ਦੌੜ ਜਾਂਦੇ ਸਨ। ਜਿੱਤਣ ਦੀ ਕਾਬਲੀਅਤ ਸੀ ਉਹਨਾਂ ਦੇ ਵਿੱਚ, ਐਸੀ ਤਾਕਤ ਸੀ ਉਹਨਾਂ ਦੇ ਵਿੱਚ, ਦੁਸ਼ਮਣ ਹਾਰ ਮੰਨ ਲੈਂਦਾ ਸੀ, ਕਿਲੇ ਖਾਲੀ ਕਰ ਜਾਂਦਾ ਸੀ। ਇਹਦਾ ਦੂਜਾ ਅਰਥ ਹੈ ਸੋ ਬਾਤ ਨਹੀਂ ਚਕਚਾਰ ਲਵਈਆ, ਸੋ ਬਾਤ ਨਹੀਂ ਚਕਚਾਰ ਲਵਈਆ। ਇਹਦਾ ਭਾਵ ਇਹ ਬਣ ਜਾਂਦਾ ਹੈ ਵੀ ਉਹ ਜਿਹੜੇ ਸੂਰਬੀਰ ਸਨ ਨਾ, ਗਾੜੇ ਗਣਾਨ, ਵੱਡੇ ਵੱਡੇ ਅਟੁੱਟ ਕਿਲਿਆਂ ਨੂੰ, ਅਟੁੱਟ ਦੇਸ਼ਾਂ ਨੂੰ ਤੋੜ ਕੇ ਸੁੱਟਣਾ, ਸੋ ਬਾਤ ਨਹੀਂ। ਉਹਨਾਂ ਲਈ ਰੰਚਕ ਮਾਤਰ ਜਿਹੀ ਬਾਤ ਸੀ, ਕੋਈ ਬਹੁਤੀ ਵੱਡੀ ਗੱਲ ਨਹੀਂ ਸੀ। ਇਹ ਮਾਮੂਲੀ ਗੱਲ ਸੀ ਉਹਨਾਂ ਲਈ, ਕਿਲੇ ਤੋੜ ਕੇ ਸੁੱਟ ਦੇਣੇ, ਖੁਰਾ ਖੋਜ ਮਿਟਾ ਦੇਣਾ। ਪਰ ਹੁਣ ਮਹਾਰਾਜ ਕਹਿੰਦੇ ਨੇ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦੇਵਈਆ। ਸਾਹਿਬ, ਸਾਹਿਬ ਅਰਬੀ ਦਾ ਲਫ਼ਜ਼ ਹੈ, ਸਵਾਮੀ ਨੂੰ ਕਹਿੰਦੇ ਨੇ, ਮਾਲਕ ਨੂੰ ਕਹਿੰਦੇ ਨੇ, ਖਸਮ ਨੂੰ ਕਹਿੰਦੇ ਨੇ। ਸ੍ਰੀ ਜੋ ਸਾਰਿਆਂ ਦਾ ਖਸਮ ਹੈ, ਸਾਰਿਆਂ ਦਾ ਮਾਲਕ ਹੈ, ਸਾਰਿਆਂ ਤੋਂ ਸ਼੍ਰੋਮਣੀ ਹੈ। ਸਭ ਕੋ ਸਿਰ ਨਾਇਕ, ਜਿਹੜਾ ਨਾਇਕ ਹੈ ਨਾ, ਨਾਇਕ ਦਾ ਭਾਵ ਹੁੰਦਾ ਆਪਣੇ ਪਿੱਛੇ ਹੋਰਾਂ ਨੂੰ ਤੋਰਨ ਵਾਲਾ। ਨੇਤਾ ਕਹਿ ਲਓ, ਆਗੂ ਕਹਿ ਲਓ, ਸਵਾਮੀ ਕਹਿ ਲਓ, ਮਾਰਗ ਦਰਸ਼ਨ ਕਰਨ ਵਾਲਾ ਕਹਿ ਲਓ। ਕਹਿੰਦੇ ਉਹ ਸਾਰਿਆਂ ਦਾ ਨਾਇਕ ਹੈ, ਸਾਰਿਆਂ ਦਾ ਆਗੂ ਹੈ, ਸਾਰਿਆਂ ਦਾ ਖਸਮ ਹੈ। ਜਾਚਕ ਅਨੇਕ ਸੋ ਏਕ ਦਵਈਆ, ਜਦੋਂ ਮਾਲਕ ਉਹ ਹੈ, ਸਵਾਮੀ ਉਹ ਹੈ, ਤੇ ਇਹ ਜਿੰਨੇ ਵੀ ਸੂਰਬੀਰ ਨੇ ਨਾ, ਗਾੜੇ ਗੜਾਨ, ਬੜੇ ਬੜੇ ਮਜ਼ਬੂਤ ਕਿਲਿਆਂ ਨੂੰ ਤੋੜਨ ਵਾਲੇ, ਹਾਥੀਆਂ ਦਾ ਮਾਣ ਮਲਣ ਵਾਲੇ, ਬਾਗੀਆਂ ਦਾ ਖੁਰਾ ਖੋਜ ਮਿਟਾਉਣ ਵਾਲੇ, ਗੱਲਾਂ ਬਾਤਾਂ ਵਿੱਚ ਹੀ ਚਾਰ ਦਿਸ਼ਾਵਾਂ ਨੂੰ ਜਿੱਤਣ ਵਾਲੇ। ਕਹਿੰਦੇ ਲੱਖ ਇਹਨਾਂ 'ਚ ਤਾਕਤ ਹੋਵੇਗੀ, ਪਰ ਇਹ ਵੀ ਅਕਾਲ ਪੁਰਖ ਦੇ ਦਰ ਦੇ ਮੰਗਤੇ ਨੇ, ਜਾਚਕ ਨੇ। ਇਹਦੇ ਨਾਲੋਂ ਵੱਧ ਕੇ ਇਹਨਾਂ ਦੀ ਔਕਾਤ ਕੋਈ ਨਹੀਂ ਹੈ ਰੱਬ ਅੱਗੇ। ਤੁਹਾਡੇ ਨੂੰ ਮੇਰੇ ਨੂੰ ਤਕੜੇ ਹੋ ਸਕਦੇ ਨੇ, ਰੱਬ ਅੱਗੇ ਇਹ ਮੰਗਤੇ ਨੇ, ਰੱਬ ਅੱਗੇ ਇਹ ਜਾਚਕ ਨੇ। ਭਾਵੇਂ ਕਿਲਿਆਂ ਨੂੰ ਤੋੜਨ ਦੀ ਤਾਕਤ ਹੈ, ਦੇਸ਼ਾਂ ਨੂੰ ਜਿੱਤਣ ਦੀ ਤਾਕਤ ਹੈ, ਤਖਤਾਂ 'ਤੇ ਬਹਿਣ ਦੀ ਤਾਕਤ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਰੱਬ ਤੋਂ ਹੀ ਜਾਚਕ ਬਣ ਕੇ ਲਈ ਹੈ ਇਹਨਾਂ ਨੇ, ਤੇ ਰੱਬ ਹੀ ਤਾਕਤ ਖੋਹ ਲੈਂਦਾ ਹੈ। ਸਵਾਲੀ, ਜਾਚਕ, ਭਿਖਾਰੀ ਇੱਕੋ ਹੀ ਅਰਥ ਰੱਖਦੇ ਨੇ। ਕਹਿੰਦੇ ਸੋ ਏਕ ਦਵਈਆ, ਸਾਰੇ ਜਾਚਕ ਨੇ, ਦਵਈਆ ਦੇਣ ਵਾਲਾ ਦਾਤਾ ਇੱਕ ਪਰਮਾਤਮਾ ਹੈ, ਹੋਰ ਕੋਈ ਨਹੀਂ ਹੈ। ਇਹਨਾਂ ਸੂਰਮਿਆਂ ਨੂੰ, ਰਾਜਿਆਂ ਨੂੰ ਭਾਵੇਂ ਹੈ ਯਾਦ ਰੱਖਣਾ ਚਾਹੀਦਾ ਹੈ, ਤਖਤਾਂ 'ਤੇ ਬੈਠਿਆਂ ਨੂੰ, ਵੀ ਸਾਰੇ ਹੀ ਮੰਗਤੇ ਆ ਪਰਮਾਤਮਾ ਦੇ ਦਰ 'ਤੇ, ਉਹੀ ਦੇਣ ਵਾਲਾ ਹੈ। ਬਾਹੂਬਲ ਦਾ, ਤਖਤਾਂ ਤਾਜਾਂ ਦਾ ਮਾਣ ਨਹੀਂ ਕਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਨੇ ਬੜਾ ਸੁੰਦਰ ਕਿਹਾ ਹੈ, ਊਡਾਂ ਊੜ ਚੜਾਂ ਅਸਮਾਨ, ਸਾਹਿਬ ਸਮਰੰਥ ਤੇਰਾ ਤਾਣ। ਕਿੰਨਾ ਕੁ ਤਾਕਤਵਰ ਹੋ ਜਾਵੇਗਾ। ਕਹਿੰਦੇ ਉੱਡ ਕੇ ਅਸਮਾਨ ਤੇ ਚੜ੍ਹ ਜਾ। ਯਾਦ ਰੱਖੀ ਇਹ ਪਰਮਾਤਮਾ ਦਾ ਦਿੱਤਾ ਬਲ ਹੈ, ਉਹਦਾ ਹੀ ਤਾਣ ਹੈ, ਨਹੀਂ ਤੇ ਤੂੰ ਇੱਕ ਕਦਮ ਨਹੀਂ ਪੁੱਟ ਸਕਦਾ। ਕਈ ਲੰਗੇ ਲੂਲੇ ਪੈਦਾ ਕਰ ਦਿੰਦਾ ਨਾ ਪਰਮਾਤਮਾ, ਉਹ ਰੰਚਕ ਮਾਤਰ ਨਹੀਂ ਚੱਲ ਸਕਦੇ। ਇਹ ਉਹਦਾ ਹੀ ਤਾਣ ਹੈ ਜਿਹੜਾ ਤੁਰਿਆ ਫਿਰਦਾ ਹੈ ਤੂੰ। ਕਹਿੰਦੇ ਏਕ ਦਾਤਾਰ ਸਗਲ ਹੈ ਜਾਚਕ, ਦੂਸਰ ਕਹਿ ਬਹਿ ਜਾਵੋ। ਇੱਕੋ ਹੀ ਦਾਤਾ ਹੈ, ਬਾਕੀ ਸਾਰੇ ਅਸੀਂ ਮੰਗਤੇ ਹਾਂ। ਮੰਗਣ ਵਾਲੇ ਕੇਤੜੇ, ਦਾਤਾ ਏਕੋ ਸੋਏ। ਇੱਕੋ ਅਕਾਲ ਪੁਰਖ ਦੇਣ ਵਾਲਾ ਹੈ।
ਜਿਸ ਕੈ ਜੀਅ ਪ੍ਰਾਣ ਹੈ, ਮਨ ਵਸਿਆ ਸੁਖ ਹੋਏ। ਉਹਦੇ ਹੀ ਬਖਸ਼ੇ ਹੋਏ ਸਵਾਸ ਨੇ, ਜਿਹਦੇ ਬਲਬੂਤੇ ਅਸੀਂ ਚੱਲਦੇ ਹਾਂ। ਉਹੀ ਇੱਕ ਦਾਤਾ ਹੈ, ਉਹੀ ਇੱਕ ਝੋਲੀਆਂ ਭਰਨ ਵਾਲਾ ਹੈ। ਜਿਤਨੇ ਵੀ ਸੂਰਬੀਰ ਨੇ, ਗਰੀਬ ਗੁਰਬੇ ਨੇ, ਅਮੀਰ ਨੇ, ਤਖਤਾਂ ਦੇ ਮਾਲਕ ਨੇ, ਨਿਰਧਨ ਨੇ, ਸਰਦਨ ਨੇ, ਦੇਣ ਵਾਲਾ ਅਕਾਲ ਪੁਰਖ ਹੀ ਹੈ। ਸੋ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਉਹ ਉਹੀ ਦੱਦਾ ਦਾਤਾ ਹੈ, ਦਾਤਾਂ ਦੇਣ ਵਾਲਾ ਹੈ। ਉਸਨੇ ਹੀ ਤਖਤ ਬਖਸ਼ੇ ਨੇ। ਉਹੀ ਅਹੰਕਾਰੀਆਂ ਨੂੰ ਮਿੱਟੀ ਵਿੱਚ ਚੂਰ ਕਰਦਾ ਹੈ। ਕਰਤੇ ਹੱਥ ਵਡਿਆਈਆਂ, ਬੂਝਹ ਗੁਰ ਵਿਚਾਰ। ਉਹੀ ਵਡਿਆਈਆਂ ਦੇਣ ਵਾਲਾ ਹੈ। ਸੋ ਉਹਨੂੰ ਯਾਦ ਰੱਖਣਾ ਚਾਹੀਦਾ ਹੈ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਲਸ਼ਕਰਾਂ ਨੂੰ, ਤਖਤਾਂ ਨੂੰ ਸਵਾਹ ਕਰ ਦੇਣਾ ਤੇ ਕੀੜਿਆਂ ਨੂੰ ਤਖਤ ਦੇ ਦੇਣੇ, ਇਹ ਅਕਾਲ ਪੁਰਖ ਦੀ ਤਾਕਤ ਹੈ। ਸੋ ਉਹਨੂੰ ਯਾਦ ਰੱਖਣਾ ਚਾਹੀਦਾ ਹੈ। ਅੱਗੇ ਮਹਾਰਾਜ ਪਾਕ ਗਲੂਏ ਚੋਂ ਬੋਲ ਪ੍ਰਗਟ ਕਰਦੇ ਨੇ। ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪਾਂਗੇ। ਦਾਨਵ ਤੇ ਦੇਵ ਦੋ ਪੱਖ ਨੇ ਇੱਥੇ। ਦਾਨਵ ਲਫ਼ਜ਼ ਆਇਆ ਹੈ ਇੱਕ ਨਾ ਦਕਸ਼ ਦੀ ਜਿਹੜੀ ਪੁੱਤਰੀ ਹੈ ਨਾ, ਉਹਦਾ ਨਾਮ ਸੀ ਦਨ। ਤੇ ਦਨ ਦੇ ਉਦਰ ਚੋਂ ਔਲਾਦ ਜਿਹੜੀ ਪੈਦਾ ਹੋਈ ਕਸ਼ਪ ਦੇ ਸੰਜੋਗ ਨਾਲ। ਕਸ਼ਪ ਤੇ ਦਨ ਦਾ ਜਿਹੜਾ ਲਖਤੇ ਜਿਗਰ ਸੀ, ਰਾਖਸ਼, ਇਹਨਾਂ ਦੇ ਲਈ ਲਫ਼ਜ਼ ਵਰਤਿਆ ਗਿਆ ਦਾਨਵ। ਤੁਹਾਨੂੰ ਇਹ ਵੀ ਦੱਸ ਦੇਵਾਂ, ਜਿਹੜਾ ਭਗਤ ਪ੍ਰਹਿਲਾਦ ਹੋਇਆ ਨਾ, ਉਹ ਵੀ ਰਾਖਸ਼ ਦੇ ਘਰ ਹਰਨਾਕਸ਼ ਦੇ ਜਨਮ ਲਿਆ ਸੀ, ਪਰ ਇਬਾਦਤ ਕਰਕੇ ਦੇਵਤਿਆਂ ਨਾਲੋਂ ਮਹਾਨ ਉਹ ਨਿਬੜਿਆ। ਹਰਨਾਕਸ਼ ਕੌਣ ਸੀ? ਰਾਖਸ਼ ਹੀ ਸੀ ਨਾ। ਤੇ ਉਹਦਾ ਕਾਕਾ ਕੌਣ ਹੋਵੇਗਾ? ਰਾਖਸ਼ ਹੀ ਹੋਵੇਗਾ। ਇਬਾਦਤ ਐਸੀ ਕੀਤੀ, ਬਾਪੂ ਕਹਿੰਦਾ ਤੂੰ ਵੀ ਜਾਚ ਸਿੱਖ ਲਵੇਂ ਤੇ ਤਰ ਜਾਵੇਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਐਸਾ ਮਹਾਨ ਹੋ ਨਿਬੜਿਆ। ਦੇਵ ਦਾ ਮਤਲਬ ਕ੍ਰੀੜਾ ਕਰਨ ਵਾਲਾ, ਖੇਡਣ ਵਾਲਾ, ਦੇਵ ਲੋਕ ਵਿੱਚ ਆਨੰਦ ਲੈਣ ਵਾਲਾ, ਅਜ਼ਮਤਾਂ ਦਾ ਮਾਲਕ। ਕਹਿੰਦੇ ਚਾਹੇ ਦਾਨਵ ਹੈ ਚਾਹੇ ਦੇਵ ਹੈ, ਫਨਿੰਦ ਨਿਸਾਚਰ। ਜਿਹੜਾ ਫਨਿੰਦ ਲਫ਼ਜ਼ ਹੈ ਨਾ, ਫਨਿੰਦ ਆਉਂਦਾ ਹੈ ਫਣਿੰਦਰ, ਸੱਪਾਂ ਦੇ ਰਾਜੇ ਦੇ ਲਈ, ਸ਼ੇਸ਼ਨਾਗ ਦੇ ਲਈ। ਜਿਵੇਂ ਦੇਵਤਿਆਂ 'ਚ ਰਾਜਾ ਇੰਦਰ ਹੈ, ਇੱਦਾਂ ਫਨੀਅਰ ਨਾਗਾਂ ਦੇ ਵਿੱਚ ਫਨਿੰਦਰ ਹੈ। ਕਹਿੰਦੇ ਚਾਹੇ ਉਹ ਨਾਗ ਨੇ, ਭਾਵ ਕੋਈ ਵੀ ਜੁਨੀ ਹੈ। ਨਿਸਾਚਰ, ਨਿਸਾ ਰਾਤ ਨੂੰ ਕਹਿੰਦੇ ਨੇ, ਚਰ ਵਿਚਰਨਾ। ਜਿਹੜੇ ਰਾਤ ਨੂੰ ਵਿਚਰਦੇ ਨੇ ਭੂਤ ਪ੍ਰੇਤ, ਤੁਸੀਂ ਆਂਦੇ ਉਹ ਹੁੰਦੇ ਨਹੀਂ, ਬਾਣੀ ਕਹਿੰਦੀ ਹੈ ਹੁੰਦੇ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾ 'ਚ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੁੰਦੇ ਨੇ। ਦੇਰ ਆਰ ਮੈਨੀ ਗੋਸਟਸ, ਬੜੇ ਨੇ ਇੱਥੇ, ਅੱਖਾਂ ਦਾ ਵਿਸ਼ਾ ਨਹੀਂ। ਪਰ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੀ ਸਮਝਾਉਂਦੇ ਨੇ? ਕਈ ਮੇਰੇ ਵੀਰ ਤਰਕ ਕਰ ਦਿੰਦੇ ਨੇ ਜੀ ਇਹ ਸਨਾਤਨ ਮਤ ਨਾਲ ਦਸਮ ਬਾਣੀ ਜੋੜਦੀ ਹੈ। ਇਹਦਾ ਜਵਾਬ ਦੇਣ ਉਹ ਇਸ ਪੰਕਤੀ ਦਾ। ਜੇ ਸਨਾਤਨ ਮਤੀਆਂ ਦਾ ਦਸਮ ਗ੍ਰੰਥ ਹੁੰਦਾ ਤੇ ਉਹਨੇ ਕਹਿਣਾ ਸੀ ਦੇਵਤਿਆਂ ਨੂੰ ਜਪੋ। ਲੋਕ ਵੀ ਦੇਵਤਿਆਂ ਨੂੰ ਜਪਦੇ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨਹੀਂ, ਚਾਹੇ ਦੈਂਤ ਹੈ, ਚਾਹੇ ਦੇਵਤਾ ਹੈ, ਚਾਹੇ ਫਨਿੰਦਰ ਹੈ, ਚਾਹੇ ਨਿਸਾਚਰ ਹੈ, ਭੂਤ ਭਵਿੱਖ ਭਵਾਨ ਜਪਾਂਗੇ। ਇਹ ਪਿੱਛੇ ਭੂਤਕਾਲ ਪਾਸਟ ਵਿੱਚ, ਭਵਿੱਖ ਫਿਊਚਰ ਦੇ ਵਿੱਚ, ਭਵਾਨ ਅੱਜ ਦਾ ਸਮਾਂ ਪ੍ਰੈਜ਼ੈਂਟ, ਤਿੰਨਾਂ ਸਮਿਆਂ ਵਿੱਚ ਸਾਰੇ ਹੀ ਇੱਕ ਅਕਾਲ ਪੁਰਖ ਨੂੰ ਜਪਦੇ ਨੇ। ਉਹਦੇ ਨੂੰ ਵੱਡਾ ਕੋਈ ਦੇਵਤਾ ਨਹੀਂ ਹੈ। ਤੇ ਇੱਥੋਂ ਮਤ ਕੀ ਸਮਝ ਆਉਂਦਾ ਹੈ ਵੀ ਦਸਮ ਬਾਣੀ ਦਾ ਇਸ਼ਟ, ਉਸ ਕਵੀ ਦਾ ਇਸ਼ਟ ਵੀ ਉਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੱਕ, ਗੁਰੂ ਤੇਗ ਬਹਾਦਰ ਸਾਹਿਬ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਅਕਾਲ ਪੁਰਖ। ਉਹਦੇ ਜਪਣ ਦੀ ਗੱਲ ਹੀ ਹੈ ਦੋਵਾਂ ਗ੍ਰੰਥਾਂ ਵਿੱਚ। ਇਹ ਗੱਲ ਵੱਖਰੀ ਹੈ ਵੀ ਇੱਕ ਗ੍ਰੰਥ ਦੇ ਕੋਲ ਤਿਲਕ ਹੈ, ਤਖਤ ਹੈ, ਉਹ ਸਾਡਾ ਗੁਰੂ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਸਿੱਖਿਆ ਦੋਨਾਂ ਗ੍ਰੰਥਾਂ ਵਿੱਚ ਇੱਕ ਅਕਾਲ ਪੁਰਖ ਦੀ ਹੈ। ਸਿੱਖ ਇਤਿਹਾਸ ਵਿੱਚ ਵੀ ਅਕਾਲ ਪੁਰਖ ਦੀ ਸਿੱਖਿਆ। ਭਾਈ ਨੰਦ ਲਾਲ, ਭਾਈ ਗੁਰਦਾਸ ਦੀ ਬਾਣੀ 'ਚ ਵੀ ਅਕਾਲ ਪੁਰਖ ਦੀ ਗੱਲ ਹੈ। ਹੁਣ ਅੱਗੇ ਕਹਿੰਦੇ ਨੇ ਜੀਵ ਜਿਤੇ ਜਲ ਮੈਂ ਥਲ ਮੈਂ, ਪਲਹੀ ਪਲ ਮੈਂ, ਸਭ ਥਾਪ ਥਪੇਂਗੇ। ਕਹਿੰਦੇ ਕਿਸ ਨੂੰ ਜਪਣਗੇ? ਅਕਾਲ ਪੁਰਖ ਕੌਣ ਹੈ? ਹੁਣ ਜਪਜੀ ਸਾਹਿਬ ਵਿੱਚ ਵੀ ਇੱਕ ਗੱਲ ਆਉਂਦੀ ਹੈ ਨਾ, ਆਖੈ ਹੈ ਦਾਨਵ, ਆਖੈ ਦੇਵ।
ਤੇ ਕਲਗੀਧਰ ਨੇ ਵੀ ਇਹੀ ਲਿਖਿਆ ਨਾ, ਦਾਨਵ ਦੇਵ ਫੁਨਿੰਦ ਨਿਸਾਚਰ ਭੂਤ ਭੁਇਖ ਭੁਆਨ ਜਪेंगे। ਅਲਫਾਜ਼ ਬਦਲ ਗਏ, ਇਹ ਵੀਰ ਰਸੀ ਨੇ, ਜਪਜੀ ਸਾਹਿਬ ਪ੍ਰੇਮ ਰਸੀ ਹੈ। ਉਹ ਕੌਣ ਹੈ ਜਿਹਨੂੰ ਦਿਨ ਰਾਤ ਦਾਨਵ ਦੇਵ ਜਪਦੇ ਨੇ? ਕਹਿੰਦੇ ਉਹਦੀ ਇਤਨੀ ਤਾਕਤ ਹੈ, ਜੀਵ ਜਿੱਤੇ ਜਲ ਮੈਂ, ਜਿੰਨੇ ਵੀ ਜੀਵ, ਜਿੰਨੀਆਂ ਵੀ ਜੂਨਾਂ ਪਾਣੀ 'ਚ ਨੇ, ਮੱਛੀ ਆਦਿਕ, ਥਲ ਮੈਂ, ਥਲ ਦਾ ਜਿਹੜਾ ਭਾਵ ਹੈ, ਥਲ ਦਾ ਮਤਲਬ ਹੁੰਦਾ ਹੈ ਉਹ ਸਥਾਨ, ਉਹ ਜਗ੍ਹਾ ਜਿੱਥੇ ਔੜ ਬੜੀ ਹੈ, ਜਿਹੜੀ ਸੁੱਕੀ ਜ਼ਮੀਨ ਹੈ, ਰੇਤ ਹੈ, ਟਿੱਬਾ ਜਾਂ ਡੈਜ਼ਰਟ। ਸਹਾਰਾ ਡੈਜ਼ਰਟ ਹੈ ਨਾ, ਨਿਰੀ ਰੇਤ। ਕਹਿੰਦੇ ਚਾਹੇ ਜਲ ਹੈ ਤੇ ਚਾਹੇ ਥਲ ਹੈ, ਪਲ ਹੀ ਪਲ ਮੈਂ ਸਭ ਥਾਪ ਥਪेंगे। ਇੱਕ ਪਲ ਦੇ ਵਿੱਚ, ਅੱਖ ਝਮਕਣ ਦੇ ਸਮੇਂ ਵਿੱਚ ਪਰਮਾਤਮਾ ਦੁਨੀਆ ਨੂੰ ਥਾਪਦਾ ਹੈ, ਵੀ ਪੈਦਾ ਕਰਦਾ ਹੈ। ਹੀ ਇਜ਼ ਦਾ ਕ੍ਰੀਏਟਰ। ਅਗਲੇ ਪਲ ਅੱਖ ਝਮਕਣ ਦੇ ਸਮੇਂ ਵਿੱਚ ਚਾਹਵੇ ਤੇ ਹੀ ਇਜ਼ ਦਾ ਡਿਸਟਰੋਇਰ, ਖੁਰਾ ਖੋਜ ਮਿਟਾ ਕੇ ਰੱਖ ਸਕਦਾ ਹੈ। ਇੰਨੀ ਤਾਕਤ ਹੈ ਉਹਦੇ ਅੱਗੇ। ਦੇਵੀ ਦੇਵਤੇ ਇਹ ਦੈਂਤ, ਇਹ ਰੰਚਕ ਮਾਤਰ ਬਰਕਤ ਰੱਖਦੇ ਨੇ। ਕਹਿੰਦੇ ਸਾਰੇ ਉਸ ਨੂੰ ਜਪਦੇ ਨੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪेंगे। ਇਨ ਸੈਕਿੰਡਸ ਹੀ ਕੈਨ ਡਿਸਟਰੋਏ ਦਿਸ ਵਰਲਡ। ਇੱਕ ਰੰਚਕ ਮਾਤਰ ਅੱਖ ਝਮਕਣ ਦੇ ਸਮੇਂ ਵਿੱਚ ਦੁਨੀਆ ਮਿਟਾ ਦੇਣੀ ਜਾਂ ਥਾਪ ਦੇਣੀ, ਇਹ ਰੱਬ ਦੇ ਹੱਥ ਹੈ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਨਾ, ਖਿਨਮਹਿ ਥਾਪ ਉਥਾਪਨ ਹਾਰਾ, ਆਪਨ ਹਾਥ ਮਤਾਤ। ਕਹਿੰਦੇ ਅੱਛਾ ਸਲਾਹ ਨਹੀਂ ਲੈਂਦਾ ਉਹ ਕਿਸੇ ਤੋਂ, ਉਹਨੇ ਕਮੇਟੀ ਨਹੀਂ ਬਣਾਈ ਵੀ ਆਪਾਂ ਇਹ ਫੈਸਲਾ ਲੈਣਾ ਹੈ, ਦੁਨੀਆ ਬਣਾਉਣ ਲੱਗੇ ਆ ਜਾਂ ਦੁਨੀਆ ਨੂੰ ਗਰਕ ਕਰਨਾ ਹੈ। ਆਪਣੀ ਮਰਜ਼ੀ ਕਰਦਾ ਹੈ। ਖਿਨਮਹਿ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾਵਾਰਾ। ਇਹ ਕਿੱਦਾਂ ਇੱਕ ਪਲ 'ਚ ਦੁਨੀਆ ਬਣਾ ਦਿੰਦਾ ਹੈ, ਕਿੱਦਾਂ ਮਿਟਾ ਦਿੰਦਾ ਹੈ, ਇਹ ਨਹੀਂ ਕੋਈ ਜਾਣ ਸਕਦਾ। ਜੇ ਆਪਾਂ ਜਾਣ ਗਏ ਫਿਰ ਤੇ ਆਪਾਂ ਰੱਬ ਦੇ ਬਰਾਬਰ ਹੋ ਗਏ। ਕੁਝ ਗੱਲਾਂ ਉਹਨੇ ਹੱਥ ਵਿੱਚ ਹੀ ਰੱਖੀਆਂ ਨੇ। ਅੱਛਾ, ਉਹਦਾ ਨਾਮ ਜਪਣ ਵਾਲੇ ਨੂੰ ਫਲ ਕੀ ਮਿਲਦਾ ਹੈ? ਗੁਰੂ ਗੋਬਿੰਦ ਸਿੰਘ ਕਹਿੰਦੇ, ਪੁੰਨ ਪ੍ਰਤਾਪਨ ਬਾੜ ਜਾਇਤ ਧੁਨ ਪਾਪਨ ਕੇ ਬਹੁ ਪੁੰਜ ਖਪेंगे। ਪੁੰਨ ਭਲਾ ਕਰਮ, ਨੇਕ ਕਰਮ, ਦਾਨ ਪੁੰਨ, ਪਵਿੱਤਰ ਕਰਮ, ਚੰਗਾ ਕਰਮ। ਆਪਾਂ ਕਹਿ ਦਿੰਦੇ ਪੁੰਨ ਕਰਿਆ ਕਰੋ, ਦਾਨ ਕਰਿਆ ਕਰੋ, ਚੰਗਾ ਕਰਮ ਕਰੋ। ਕਹਿੰਦੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ। ਜਪਣ ਵਾਲਿਆਂ ਨੂੰ ਕੀ ਫਾਇਦਾ ਹੋਵੇਗਾ? ਜਿਹੜੇ ਤੇਰੇ ਪੁੰਨ ਨੇ ਨਾ, ਚੰਗੇ ਕਰਮ ਨੇ, ਤੇਰੇ ਪੁੰਨਾਂ ਦਾ ਪ੍ਰਤਾਪ ਹੋਰ ਵਧੇਗਾ, ਤੇਰੀ ਵਡਿਆਈ ਹੋਰ ਵਧੇਗੀ। ਪ੍ਰਤਾਪ ਤੋਂ ਭਾਵ ਹੈ ਉਗਰ ਤੇਜ ਪ੍ਰਭਾਵ, ਤੇਰਾ ਦੁਨੀਆ ਦੇ ਉੱਤੇ ਨਾਮ ਹੋਵੇਗਾ। ਵੇਖੋ ਸਾਧੂਆਂ ਸੰਤਾਂ ਨੂੰ ਲੋਕ ਕਿੰਨਾ ਵਡਿਆਉਂਦੇ ਨੇ, ਕਿਉਂ? ਉਹ ਨਾਮ ਜਪਦੇ ਨੇ ਅਕਾਲ ਪੁਰਖ ਦਾ। ਬਾੜ ਜੈਤ ਧੁਨ, ਬਾੜ ਦਾ ਮਤਲਬ ਵਧਣ ਦੀ ਕਿਰਿਆ, ਜੈਤ ਧੁਨ, ਧੁਨ ਕਹਿੰਦੇ ਨੇ ਸ਼ਬਦ ਨੂੰ, ਜੈਤ ਜੈ ਜੈਕਾਰ। ਕਹਿੰਦੇ ਜਿਹੜਾ ਨਾਮ ਜਪੇਗਾ ਨਾ, ਉਹਦੀ ਦੁਨੀਆ ਤੇ ਜੈ ਜੈਕਾਰ ਹੋਵੇਗੀ। ਪਾਪਨ ਕੇ ਬਹੁ ਪੁੰਜ ਖਪेंगे। ਪੁੰਜ ਕਹਿੰਦੇ ਨੇ ਅੰਬਾਰ ਨੂੰ। ਪਾਪ ਉਹ ਬੁਰਾ ਕਰਮ ਜੇ ਤੋਂ ਸਾਨੂੰ ਬਾਣੀ ਬਚਾਉਂਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਕੀਤਾ ਹੋਇਆ ਪਾਪ, ਦੋਸ਼ ਗੁਨਾਹ ਕੁਕਰਮ, ਕਿਸੇ ਦਾ ਹੱਕ ਮਾਰਨਾ, ਗਲਤ ਕਰਮ ਕਰਨਾ, ਇਹ ਠੱਗੀਆਂ ਠੋਰੀਆਂ, ਇਹ ਗੈਰਾਂ ਦਾ ਸੰਗ, ਇਹ ਜਿੰਨੇ ਵੀ ਪਾਪਾਂ ਦੇ ਪੁੰਜ ਨੇ, ਸਮੁਦਾਇ ਨੇ, ਘੜੇ ਭਰੇ ਹੋਏ ਨੇ। ਨਾਮ ਦੇ ਪ੍ਰਤਾਪ ਨਾਲ ਪੁੰਜ ਖਪेंगे। ਪਾਪਾਂ ਦੇ ਘੜੇ ਤੁਹਾਡੇ ਭੱਜ ਜਾਣਗੇ, ਦੂਰ ਫੈਂਕ ਦੇਵੇਗਾ ਪ੍ਰਮਾਤਮਾ। ਖਪ ਦਾ ਮਤਲਬ ਖਪਾ ਦੇਵੇਗਾ, ਖੁਰਾ ਖੋਜ ਮਿਟਾ ਦੇਵੇਗਾ। ਬਾਣੀ ਦਾ, ਨਾਮ ਦਾ ਪ੍ਰਤਾਪ ਐਸਾ ਹੈ ਤੇ ਤੁਹਾਡੇ ਨਾਮ ਦੀ ਜੈ ਜੈਕਾਰ ਦੁਨੀਆ ਦੇ ਵਿੱਚ ਹੋਵੇਗੀ। ਜੀਵਨ ਵਿੱਚ ਪਾਪਾਂ ਦਾ ਪ੍ਰਭਾਵ ਘਟ ਜਾਵੇਗਾ। ਇੱਕ ਬਾਣੀ 'ਚ ਫੁਰਮਾਨ ਆਉਂਦਾ ਨਾ, ਤੁਸੀਂ ਰੋਜ਼ ਪੜ੍ਹਦੇ ਹੋ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਸੰਤ ਜਿਹੜਾ ਨਾਮ ਦੇ ਅਭਿਆਸ ਨਾਲ ਨਿਜ਼ਾਤ ਹਾਸਲ ਕਰ ਗਿਆ, ਉਹ ਵਾਸ ਐਮੈਂਸੀਪੇਟਡ, ਜਿਹੜਾ ਮੁਕਤ ਸੀ, ਉਹ ਆਪ ਮੁਕਤ ਹੈ, ਹੋਰਾਂ ਨੂੰ ਮੁਕਤ ਕਰੇਗਾ ਤੇ ਉਹਦੀ ਵਡਿਆਈ ਰਹਿੰਦੀ ਦੁਨੀਆ ਤੱਕ ਰਹੇਗੀ ਉਸ ਮਹਾਂਪੁਰਸ਼ ਦੀ। ਅੱਗੇ ਅਖੀਰਲੀ ਪੰਕਤੀ ਵਿੱਚ ਪਾਤਸ਼ਾਹ ਹੁਕਮ ਕਰਦੇ ਨੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਭੈ ਅਵਲੋਕ ਚਪਾਂਗੇ। ਦੀਨ ਦੁਨੀਆ ਦੇ ਮਾਲਕ ਕਹਿੰਦੇ ਸਾਧ। ਹੁਣ ਜਿਹੜਾ ਸਾਧ ਲਫ਼ਜ਼ ਹੈ ਨਾ, ਇਹ ਉਸ ਲਈ ਆਇਆ ਜਿਸ ਨੇ ਮਨ ਨੂੰ ਸਾਧ ਲਿਆ ਹੈ।
ਮਨ ਨੂੰ ਸਾਧਣਾ, ਮਨ ਨੂੰ ਕਾਬੂ 'ਚ ਕਰ ਲੈਣਾ, ਇੰਦਰੀਆਂ ਨੂੰ ਸਾਧ ਲਿਆ, ਅੱਖਾਂ ਮੈਲਾ ਨਹੀਂ ਵੇਂਦੀਆਂ, ਕਦਮ ਗਲਤ ਰਸਤੇ ਨਹੀਂ ਚੱਲਦੇ, ਹੱਥ ਗਲਤ ਕਰਮ ਨਹੀਂ ਕਰਦੇ, ਇੰਦਰੇ ਕਾਬੂ ਵਿੱਚ ਨੇ। ਸਾਧਨਾ ਕਰਨ ਵਾਲਾ ਜਿਸ ਨੇ ਸ਼ਰਧਾ ਦੇ ਸਹਿਤ ਪ੍ਰਮਾਤਮਾ ਦੇ ਨਾਮ ਨਾਲ ਵਿਕਾਰਾਂ ਨੂੰ ਜਕੜ ਲਿਆ ਹੈ। ਸਮੂਹ ਸਾਧਾਂ ਦੇ ਝੁੰਡ ਪ੍ਰਸੰਨ ਫਿਰੈ ਜਗ, ਨਾਮ ਜਪਣ ਵਾਲੇ ਸਤਪੁਰਸ਼ ਸਦਾ ਖੇੜੇ ਵਿੱਚ ਰਹਿੰਦੇ, ਦੁੱਖ ਤੋਂ ਰਹਿਤ ਰਹਿੰਦੇ ਨੇ। ਤਤੀ ਤਵੀ ਤੇ ਵੀ ਬਹਿ ਜਾਣ ਤੇ ਦੁੱਖ ਨਹੀਂ ਹੈ ਉਹਨਾਂ ਨੂੰ। 70 ਸਭੈ ਅਵਲੋਕ ਚਪੈਂਗੇ। ਤੇ ਉਹਨਾਂ ਦਾ ਪ੍ਰਤਾਪ ਵੇਖ ਕੇ ਜਿਹੜੇ ਨਿੰਦਕ ਨੇ ਨਾ, ਉਹ ਸੜਦੇ ਸੜਦੇ ਹੀ ਮੁੱਕ ਜਾਣਗੇ। ਸਾਧੂਆਂ ਦੀ ਨਿੰਦਾ ਬੜੀ ਕਰਦੇ ਨਾ, ਕਈ ਸੰਤ ਦੀ ਨਿੰਦਾ ਬੜੀ ਕਰਦੇ ਨੇ, ਕਹਿੰਦੇ ਉਹ ਮਰ ਜਾਣਗੇ, ਉਹ ਖੱਪ ਜਾਣਗੇ, ਪਰ ਸਾਧ ਦੀ ਵਡਿਆਈ ਦਿਨ ਦੁੱਗਣੀ ਰਾਤ ਚੌਗਣੀ ਹੋਵੇਗੀ, ਕਿਉਂਕਿ ਉਸਨੇ ਨਾਮ ਜਪਿਆ ਹੈ। ਸੰਤ ਪ੍ਰਸੰਨ ਰਹਿਣਗੇ ਜਗਤ ਵਿੱਚ ਵਸਦੇ ਹੋਏ। ਜਿਹੜੇ 70 ਨੇ, ਜਿਹੜੇ ਉਹਨਾਂ ਦੇ ਵੈਰੀ ਨੇ, ਵਿਸ਼ੇਸ਼ ਕਰਕੇ ਜਿਹੜੇ ਉਹਨਾਂ ਦੇ ਨਿੰਦਕ ਨੇ, ਉਹ ਖੱਪ ਜਾਣਗੇ। ਇੱਥੇ ਚਪੈਂਗੇ ਲਫ਼ਜ਼ ਹੈ। ਚਪ ਦਾ ਮਤਲਬ ਹੈ ਠੱਗੇ ਜਾਣਾ, ਪੀਸਣਾ। ਚਪ ਦਾ ਮਤਲਬ ਹੈ ਜਿੱਦ। ਉਹ ਜਿੱਦੀ ਲੋਕ ਚੱਪ ਜਾਣਗੇ, ਭਾਵ ਚਪੈਂਗੇ, ਚਿੜਨਗੇ, ਮਿਟਣਗੇ, ਉਹਨਾਂ ਦਾ ਖੁਰਾ ਖੋਜ ਮਿਟ ਜਾਵੇਗਾ। ਸੋ ਸੰਤ ਦਾ ਜਿਹੜਾ ਮਹਾਤਮ ਹੈ, ਸੰਤ ਦੀ ਜਿਹੜੀ ਵਡਿਆਈ ਹੈ, ਇੱਕ ਗੱਲ ਦਾ ਖਿਆਲ ਰੱਖਿਓ, ਕਲ ਕਾਲਖ ਅੰਧਿਆਰੀਆਂ ਗੁਰ ਗਿਆਨ ਦੀਪਕ ਉਜਿਆਰੀਆ। ਕਲ ਦੇ ਵਿੱਚ ਜਿੰਨੇ ਵੀ ਪਾਪ ਨੇ, ਸਾਰਿਆਂ ਦਾ ਖੁਰਾ ਖੋਜ, ਪਾਪਾਂ ਦੇ ਹਨੇਰੇ ਦਾ ਖੁਰਾ ਖੋਜ ਨਾਮ ਦਾ ਦੀਵਾ ਹੀ ਮਿਟਾ ਸਕਦਾ ਹੈ। ਤੁਹਾਡੇ ਪਾਪ ਮਿਟ ਜਾਣਗੇ। ਤੇ ਇਸ ਗੱਲ ਦਾ ਖਿਆਲ ਰੱਖਿਓ, ਤੁਹਾਡਾ ਪ੍ਰਤਾਪ ਵਧੇਗਾ। ਤੇ ਜਿਹੜੇ ਸੰਤ ਦੀ ਨਿੰਦਾ ਵਿੱਚ ਗਲਤਾਨ ਹੋਣਗੇ ਨਾ, ਜਿਉਂ ਜਿਉਂ ਨਿੰਦਕ ਨਿੰਦ ਕਰ ਹੈ, ਤਿਉਂ ਤਿਉਂ ਨਿਤ ਨਿਤ ਚੜ੍ਹੈ ਸਵਾਈ। ਜਿੰਨੀ ਨਿੰਦਾ ਕੋਈ ਨਿੰਦਕ ਕਰੇਗਾ, ਸਾਧੂਆਂ ਦੀ ਵਡਿਆਈ ਓਨੀ ਹੀ ਵਧੇਗੀ। ਦੁਸ਼ਮਣ ਉਹਨਾਂ ਦੇ ਮਿਟ ਜਾਣਗੇ। ਤੁਸੀਂ ਰੋਜ਼ ਤੇ ਪੜ੍ਹਦੇ ਹੋ, ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ, ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰ ਦੀਨ। ਮਹਾਂਪੁਰਸ਼ਾਂ ਦੀ ਵਡਿਆਈ ਜੋ ਜਰ ਨਾ ਸਕੇ, ਕਹਿੰਦੇ ਉਹਦਾ ਖੁਰਾ ਖੋਜ ਮਿਟ ਜਾਂਦਾ ਹੈ। ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ। ਕਲਗੀਧਰ ਵੀ ਇਹੀ ਕਹਿੰਦੇ ਨੇ, 70 ਸਭੈ ਅਵਲੋਕ ਚਪੈਂਗੇ। ਉਹ ਜਿਹੜੇ ਸ਼ਤਰੂ ਨੇ, ਪ੍ਰਤਾਪ ਵੇਖ ਵੇਖ ਕੇ ਮਹਾਂਪੁਰਸ਼ਾਂ ਦਾ ਉਹ ਚਿੜਨਗੇ, ਉਹਨਾਂ ਦਾ ਖੁਰਾ ਖੋਜ ਮਿਟ ਜਾਵੇਗਾ। ਸੋ ਸੰਤਾਂ ਦੀ ਵਡਿਆਈ ਕੀ ਹੈ? ਸਰੀਰ ਸਾਡੇ ਵਰਗਾ ਹੈ, ਗੁਰੂ ਨਾਨਕ ਦਾ ਨਾਮ ਅੰਦਰ ਵਸਿਆ ਹੈ। ਜਿਨ ਕੈ ਹੀਰੈ ਬਸਿਓ ਮੇਰਾ ਹਰ ਹਰ, ਉਹ ਸੰਤ ਹੁੰਦੇ ਨੇ। ਦੂਸਰਾ ਲਫ਼ਜ਼ ਹੈ ਜਿਨ ਕੈ ਹੀਰੈ ਬਸਿਓ ਮੇਰਾ ਸਤਿਗੁਰ। ਤੇ ਸੰਤ ਭਲੀ ਭਲ ਭਾਂਤ ਉਹਨਾਂ ਮਹਾਂਪੁਰਸ਼ਾਂ ਦੀ ਵਡਿਆਈ ਹੈ, ਅਕਾਲ ਪੁਰਖ ਦੇ ਨਾਮ ਕਰਕੇ। ਸੋ ਉਹਨਾਂ ਦੀ ਨਿੰਦਾ ਕਰਨ ਵਾਲਾ ਮਿਟ ਜਾਂਦਾ ਹੈ। ਨਾਮ ਜਪਣ ਵਾਲਿਆਂ ਦੀ ਵਡਿਆਈ ਦੁਨੀਆ ਤੇ ਸਦਾ ਰਹਿੰਦੀ ਹੈ। ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀ ਹੈ। ਉਹਦੀ ਉਪਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇੱਥੇ ਹੀ ਦਾਸ ਵਿਚਾਰ ਨੂੰ ਸੰਕੋਚਦਾ ਹੈ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।